गुरु रूप गुरु खालसा साध संगत जी। वाहेगुरु जी का खालसा वाहेगुरु जी की फतेह। धन 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 श्री गुरु ग्रंथ साहब महाराज। गरीब नवाज जी की अति कृपा अपने सारिਆਂ ते होई है। उन्हां दी करुणा सदका ही आपां नूं उन्हां दी निੱਘੀ ਅਤੇ मिठी गोद विच बैठण दा सुभाग प्राप्त होया। गुरु गरीब नवाज ने जिथे सानू ये सुभागियां घड़ियां बख्शिश कीतियां ने साध संगत दियां, उत्थे सतगुरु एक एहसान होर करन अपने सारिਆਂ ते मन विच सावधानता एकाग्रता शरधा भावना प्रेम भर के शब्द नाल सुरत दा मेल कराउंदियां होयां ये सत्संगत करन दी बल बुद्धि समर्था बख्शण, ताकि बोलिया सुनिया अपना सारिਆਂ ਦਾ ਪ੍ਰਵਾਨ हो जाए। गरीब नवाज गुरु पिता अज अपने पवित्र पावन अंग 90 तो उपरों 6 लैना छड्ड के अपने तीसरे स्वरूप राही पावन पवित्र उपदेश दृढ़ करवा रहे ने। आओ अपनियां सुरतियां विरतियां नूं अपने घरां वल्लों संसार वल्लों मोड़ के गुरु चरनां विच टिकाउण दा यतन करिए। श्लोक महला तीजा। सतगुर कै भाणै जो चलै तिस वडियाई वड्डी होई होए, हर का नाम उत्तम मन वसै मेट ना सकै कोय। कृपा करे जिस आपनी तिस कर्म प्राप्त होए, नानक कारण करते वस है गुरमुख बूझै कोय। नमाणा दे माण नताणा दे ताण नेओटियां दी ओठ नथावियां दे थाम। बाबा अमरदास जी तो यात्रा शुरू करके धन धन श्री गुरु अमरदास महाराज जी दे परम पाते अपड़न वाले महा सिदकी महा सिरड़ी महा मेहनती महा धीरज धारी महा परोपकारी अपनी धुन दे पक्के गुरु सेवा दे विचों रस लैण वाले भलियां दी कुल दे कुलभूषण धन धन श्री गुरु अमरदास महाराज अपनी महा महा मुबारक अति सच्ची सुच्ची रस रसी महा मिठड़ी रसना द्वारा फरमा रहे ने। सतगुर कै भाणै जो चलै अपने तजर्बे तो सतगुरु फरमा रहे ने जो गुरु दे भाणे विच चलदा है, भाव जो गुरु दे हुक्म नूं मिठा करके मनदा है। साध संगत जी गुरु दे हुक्म नूं मिठा करके मनना उहदे भाणे नूं मनना कोई सौखी खेड नहीं है। ये मरजीवियां दी खेड होया करदी है। ਜਿਹੜੇ ਸਿਰਲੱਥ ਯੋਧੇ ਹੁੰਦੇ ਨੇ ਗੁਰੂ ਦੇ ਭਾਣੇ ਵਿੱਚ ਚੱਲਣਾ ਉਹਨਾਂ ਦੇ ਹਿੱਸੇ ਹੀ ਆਉਂਦਾ। ਮੇਰੇ ਵਰਗੇ ਡਰਪੋਕਾਂ ਦੇ ਚੰਗੇ ਨੂੰ ਚੰਗਾ ਕਰਕੇ ਮੰਨਣਾ ਮਾੜੇ ਨੂੰ ਮਾੜਾ ਕਰਕੇ ਮੰਨਣ ਵਾਲਿਆਂ ਦੇ ਹਿੱਸੇ ਨਹੀਂ ਆਉਂਦਾ। ਹਾਂ, ਜੇ ਕੋਈ ਗੁਰੂ ਤੇ ਵਿਸ਼ਵਾਸ ਕਰਕੇ ਸਤਿਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਤਿਸ ਵਡਿਆਈ ਵੱਡੀ ਹੋਏ, ਉਹਦੀ ਵਡਿਆਈ ਬਹੁਤ ਵੱਡੀ ਹੋ ਜਾਂਦੀ ਹੈ। ਭਾਵ ਉਸ ਨੂੰ ਸਾਰੇ ਜੱਗ ਦੇ ਵਿੱਚ ਜਾਣਿਆ ਜਾਂਦਾ। ਕਈ ਵਾਰੀ ਬੰਦਾ ਨਾ ਇੰਟਰਨੈਸ਼ਨਲ ਫਿਗਰ ਬਣ ਜਾਂਦਾ। ਇੰਨੀ ਵੱਡੀ ਵਡਿਆਈ ਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਦੀ ਹੋ ਜਾਂਦੀ ਹੈ, ਕਿਉਂਕਿ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਜਨ ਨਾਨਕ ਸਤਿਗੁਰ ਪੂਜੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਗੁਰੂ ਆਪਣਾ ਹੀ ਰੂਪ ਬਣਾ ਲੈਂਦਾ ਆਪਣੇ ਭਾਣੇ ਵਿੱਚ ਚੱਲਣ ਵਾਲਿਆਂ ਨੂੰ, ਉਹਨਾਂ ਦੀ ਵਡਿਆਈ ਬਹੁਤ ਵੱਡੀ ਹੋ ਜਾਂਦੀ ਹੈ। हर का नाम उत्तम मन वसै मेट ना सकै कोई। फिर वडियाई दे सदका गुरु की कृपा सदका अति उत्तम नाम उन्हां वडभागे मनुखां दे हिरदियां विच वस जांदा है। साध संगत जी साडे मन विच पत्नी वसी हुई है, पति वसिया होया है, बच्चे वसे होए ने, संसार वसिया है, दुश्मन वसे हुए ने, साडे सिमरती च मित्र वसे हुए ने, गुरु नहीं वसिया हैगा।
ਗੁਰੂ ਨੂੰ ਵਸਾਉਣ ਵਾਸਤੇ ਅਸੀਂ ਰੈਣ ਸਵਾਈਆਂ ਕਰਦੇ ਹਾਂ, ਵਾਜੇ ਵਜਾਉਂਦੇ ਹਾਂ, ਢੋਲਕੀਆਂ ਕੁੱਟਦੇ ਹਾਂ, ਧੂਫਾਂ ਦਿਖਾਉਂਦੇ ਹਾਂ, ਨੰਗੇ ਪੈਰੀਂ ਗੁਰਦੁਆਰੇ ਜਾਂਦੇ ਹਾਂ, ਹੋਰ ਬੜੇ ਯਤਨ ਕਰਦੇ ਹਾਂ। ਗੁਰੂ ਸਾਡੇ ਮਨ ਵਿੱਚ ਨਹੀਂ ਵਸ ਰਿਹਾ ਜੀ। ਕਾਰਨ ਸਾਧ ਸੰਗਤ ਜੀ ਇਹ ਹੈ, ਜਿਹੜੀ ਚੀਜ਼ ਤੋਂ ਮਨ ਪ੍ਰਭਾਵਿਤ ਹੁੰਦਾ ਉਹਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ। ਆਪਾਂ ਫਿਲਮ ਇੱਕੋ ਵਾਰੀ ਦੇਖ ਕੇ ਆਉਂਦੇ ਹਾਂ ਕਿਉਂਕਿ ਉਹ ਤੋਂ ਮਨ ਪ੍ਰਭਾਵਿਤ ਹੋ ਜਾਂਦਾ। ਕਿੰਨੇ ਉਹਦੇ ਡਾਇਲਾਗ, ਕਿੰਨੇ ਗਾਣੇ ਸਾਨੂੰ ਅੱਧ ਪਚੱਧੇ ਆਉਂਦਿਆਂ ਯਾਦ ਹੋ ਜਾਂਦੇ ਨੇ। ਰੋਜ਼ ਨਿਤਨੇਮ ਕਰਦੇ ਹਾਂ ਕਿਉਂਕਿ ਨਿਤਨੇਮ ਤੋਂ, ਬਾਣੀ ਤੋਂ ਸਾਡਾ ਮਨ ਪ੍ਰਭਾਵਿਤ ਨਹੀਂ ਹੋਇਆ, ਇਸ ਕਰਕੇ ਮੇਰੇ ਵਰਗਿਆਂ ਨੂੰ ਨਿਤਨੇਮ ਬਹੁਤਿਆਂ ਨੂੰ ਯਾਦ ਨਹੀਂ ਹੈ। ਸਾਡਾ ਮਨ ਸੰਸਾਰ ਤੋਂ ਪ੍ਰਭਾਵਿਤ ਹੈ, ਸੰਸਾਰ ਤੋਂ ਜਿਹੜਾ ਹੈ ਇਹ ਸੰਸਾਰ ਨਾਲ ਇਹਦੀ ਰੁਚੀ ਹੈ, ਇਸ ਕਰਕੇ ਇਹ ਸੰਸਾਰ ਸਾਡੇ ਹਿਰਦੇ ਵਿੱਚ ਵਸਿਆ ਹੋਇਆ ਹੈ। ਨਿਰੰਕਾਰ ਤੋਂ ਸਾਡਾ ਮਨ ਪ੍ਰਭਾਵਿਤ ਨਹੀਂ। ਫਿਲਮ ਦੇ ਵਿੱਚ ਕਿਸੇ ਨੂੰ ਨੀਂਦ ਨਹੀਂ ਆਉਂਦੀ ਥੀਏਟਰ 'ਚ, ਪਰ ਕਥਾ ਦੇ ਵਿੱਚ, ਕੀਰਤਨ ਦੇ ਵਿੱਚ ਮੇਰੇ ਵਰਗੇ 90% ਲੋਕ ਸੌਂ ਜਾਂਦੇ ਨੇ। ਕਿਉਂਕਿ ਰੁਚੀ ਨਹੀਂ ਹੈਗੀ। ਜਦੋਂ ਸਾਨੂੰ ਰੁਚੀ ਹੋਏਗੀ ਫਿਰ ਸਾਨੂੰ ਨੀਂਦ ਨਹੀਂ ਆਏਗੀ, ਫਿਰ ਤਾਂ ਵਾਸੀ ਵੀ ਨਹੀਂ ਆਉਂਦੀ, ਫਿਰ ਤਾਂ ਕਈ ਵਾਰੀ ਬੰਦਾ ਅੱਖ ਨਹੀਂ ਝਪਕਦਾ ਹੈਗਾ। ਸਾਡਾ ਮਨ ਨਿਰੰਕਾਰ ਤੋਂ ਪ੍ਰਭਾਵਿਤ ਨਾ ਹੋਣ ਕਾਰਨ ਉਹ ਸਾਡੇ ਹਿਰਦੇ ਵਿੱਚ ਨਹੀਂ ਵਸਦਾ। ਸਾਧ ਸੰਗਤ ਜੀ, ਸੰਸਾਰ ਨੂੰ ਅਸੀਂ ਹਿਰਦੇ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਿਕਲਦਾ ਨਹੀਂ। ਗੁਰੂ ਨੂੰ ਹਿਰਦੇ 'ਚ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵਸਦਾ ਨਹੀਂ, ਕਿਉਂਕਿ ਅਜੇ ਮਨ ਪ੍ਰਭਾਵਿਤ ਨਹੀਂ ਹੋਇਆ। ਜਦੋਂ ਗੁਰੂ ਗਰੀਬ ਨਵਾਜ, ਗੁਰੂ ਪਿਤਾ ਸਰੀਰਧਾਰੀ ਸਨ, ਭਾਵ ਸਰੀਰ ਦੇ ਵਿੱਚ ਸਨ, ਉਦੋਂ ਅਜੇ ਉਹਨਾਂ ਦੇ ਕੌਤਕਾਂ ਤੋਂ ਮਨ ਪ੍ਰਭਾਵਿਤ ਹੋ ਜਾਂਦਾ ਸੀ, ਤਾਂ ਬਹੁਤਿਆਂ ਦੇ ਹਿਰਦਿਆਂ ਵਿੱਚ ਗੁਰੂ ਵਸ ਜਾਂਦੇ ਸਨ। ਹੁਣ ਸਾਡਾ ਗੁਰੂ ਹੈ ਸ਼ਬਦ। ਬੇਸ਼ੱਕ ਸਾਧ ਸੰਗਤ ਜੀ, ਸਾਡੀ ਜ਼ਿੰਦਗੀ ਦੇ ਸਾਰੇ ਕੰਮ ਗੁਰੂ ਕਰਦੇ ਨੇ। ਸਾਡੀ ਕਈ ਵਾਰੀ ਇਹੋ ਜਿਹੀ ਥਾਂ 'ਤੇ ਇੱਜ਼ਤ ਰੱਖਦੇ ਨੇ, ਅਸੀਂ ਹੈਰਾਨ ਹੋ ਜਾਂਦੇ ਹਾਂ ਵੀ ਕਮਾਲ ਹੋ ਗਈ, ਪਰ ਉਹ ਮਹੀਨਾ 2 ਮਹੀਨੇ, ਹਫ਼ਤਾ 10 ਦਿਨ ਯਾਦ ਰਹਿੰਦਾ, ਫਿਰ ਅਸੀਂ ਭੁੱਲ ਜਾਂਦੇ ਹਾਂ। ਫਿਰ ਸਾਨੂੰ ਲੱਗਦਾ ਪਤਾ ਨਹੀਂ ਇਹ ਕੰਮ ਅਸੀਂ ਕੀਤਾ ਤਾਂ ਸਾਡਾ ਕੰਮ ਹੋ ਗਿਆ। ਕਈ ਵਾਰੀ ਸਾਨੂੰ ਰੋਗਾਂ ਤੋਂ, ਸੋਗਾਂ ਤੋਂ, ਪਾਪਾਂ ਤੋਂ, ਸੰਤਾਪਾਂ ਤੋਂ, ਈਰਖਾ, ਨਫ਼ਰਤ ਤੋਂ, ਦੁੱਖਾਂ, ਕਲੇਸ਼ਾਂ ਤੋਂ ਸਤਿਗੁਰੂ ਪ੍ਰਤੱਖ ਹੋ ਕੇ ਬਚਾ ਦਿੰਦੇ ਨੇ, ਪਰ ਫਿਰ ਅਸੀਂ ਭੁੱਲ ਜਾਂਦੇ ਹਾਂ। ਮਾਂ ਦੇ ਪੇਟ ਦੇ ਵਿੱਚ ਹੀ ਸਾਨੂੰ ਬਚਾਉਂਦੇ ਨੇ ਪਹਿਲਾਂ ਤਾਂ ਸਭ ਨੂੰ। ਉਦੋਂ ਬਾਅਦ ਸਾਧ ਸੰਗਤ ਜੀਓ, ਕਈ ਵਾਰੀ ਸਤਿਗੁਰੂ ਨਾ ਸਾਡੇ ਵਿਰਧ ਬਾਣੇ ਦੀ ਲਾਜ ਰੱਖਦਿਆਂ ਹੋਇਆਂ ਸਾਡੀ ਬਹੁਤ ਥਾਂ 'ਤੇ ਇੱਜ਼ਤ ਰੱਖ ਦਿੰਦੇ ਨੇ, ਸਾਨੂੰ ਪਾਪ ਵੱਲ ਪ੍ਰਵਿਰਤ ਨਹੀਂ ਹੋਣ ਦਿੰਦੇ, ਅਸੀਂ ਫਿਰ ਭੁੱਲ ਜਾਂਦੇ ਹਾਂ। ਕਿਉਂਕਿ ਹਮਾਰੋ ਸੁਹਾਓ ਸਦਾ ਸਦ ਭੁੱਲਣ, ਸਾਡਾ ਸੁਭਾਅ ਹੀ ਭੁੱਲਣ ਹੈਗਾ ਵਾਲਾ। ਪਰ ਜੇ ਅਸੀਂ ਉਹਨੂੰ ਯਾਦ ਰੱਖੀਏ, ਉਹਦੇ ਅੱਗੇ ਬੇਨਤੀਆਂ ਕਰਦੇ ਰਹੀਏ, ਸਤਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਪ੍ਰਸ਼ਾਦਾ ਦਿੱਤਾ ਹੈ, ਭੋਜਨ ਤਿਆਰ ਹੋ ਕੇ ਮੇਰੇ ਸਾਹਮਣੇ ਥਾਲੀ 'ਚ ਆਇਆ। ਕਿੰਨੇ ਲੋਕ ਨੇ ਜਿਹੜੇ ਰੋਟੀ ਨੂੰ ਤਰਸ ਰਹੇ ਨੇ। ਮੈਨੂੰ ਇਹ ਸੋਹਣਾ ਪੱਖੇ ਵਾਲਾ, ਏਸੀ ਵਾਲਾ, ਕੂਲਰ ਵਾਲਾ ਕਮਰਾ ਬਖਸ਼ਿਸ਼ ਕੀਤਾ ਸਤਿਗੁਰੂ। ਕਿੰਨੇ ਲੋਕ ਨੇ ਜਿਨ੍ਹਾਂ ਕੋਲੇ ਪੱਖਾ ਕੋਈ ਨਹੀਂ, ਕਈਆਂ ਕੋਲ ਦਾ ਘਰ ਵੀ ਕੋਈ ਨਹੀਂ, ਸੜਕਾਂ 'ਤੇ ਪਏ ਨੇ ਵਿਚਾਰੇ। ਹੌਲੀ ਹੌਲੀ ਯਾਦ ਕਰਦਿਆਂ, ਦੇਖੋ ਕਹਿੰਦੇ ਨੇ ਕਰਤ ਕਰਤ ਅਭਿਆਸ ਕੇ ਜੜਮਤੀ ਹੋਤ ਸੁਜਾਨ, ਰਸਰੀ ਆਵਤ ਜਾਤ ਹੈ ਸਿਲ ਪਰ ਪਰਤ ਨਿਸ਼ਾਨ। ਜਦੋਂ ਅਸੀਂ ਸੁਹਿਰਦ ਹਿਰਦੇ ਨਾਲ ਗੁਰੂ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਦੇ ਹਾਂ, ਉਹਦੇ ਅੱਗੇ ਜੋਦੜੀਆਂ ਕਰਦੇ ਹਾਂ, ਮਹਾਰਾਜ ਮੇਰੀ ਮਦਦ ਕਰੋ, ਪਲੀਜ਼ ਤੁਸੀਂ ਸਹਾਈ ਹੋ, ਕਰ ਕਿਰਪਾ ਵਸੋ ਮੇਰਾ ਹਿਰਦਾ ਹੋਏ ਸਹਾਈ ਆਪ। ਜਦੋਂ ਬੇਨਤੀਆਂ ਕਰਦੇ ਹਾਂ ਫਿਰ ਉਹ ਸਾਡੀਆਂ ਬੇਨਤੀਆਂ ਸੁਣ ਲੈਂਦੇ ਨੇ, ਕਿਉਂਕਿ ਸਾਡੇ ਸਤਿਗੁਰੂ ਜਿਉਂਦੇ ਨੇ, ਜਾਗਦੇ ਨੇ, ਸੁਣਦੇ ਨੇ, ਦੇਖਦੇ ਨੇ। ਸਾਡੇ ਗੁਰੂ ਕੋਈ ਪੱਥਰ ਨਹੀਂ ਹੈਗੇ, ਪੱਥਰ ਚਿੱਤ ਨਹੀਂ ਹੈਗੇ ਕਿ ਸਾਡੀ ਗੱਲ ਨਹੀਂ ਸੁਣਦੇ ਨੇ। ਪਰ ਹਾਂ, ਅਸੀਂ ਹਿਰਦੇ ਦੀ ਕਿੰਨੀ ਕੁ ਡੂੰਘਾਈ ਦੇ ਵਿੱਚੋਂ ਅਰਦਾਸ ਕਰਦੇ ਹਾਂ, ਉਹ 'ਤੇ ਨਿਰਭਰ ਹੈ। ਜਦੋਂ ਕਿਤੇ ਹਿਰਦੇ ਦੀ ਡੂੰਘਾਈ ਦੇ ਵਿੱਚੋਂ ਅਰਦਾਸ ਹੋ ਜਾਂਦੀ ਹੈ ਸਾਧ ਸੰਗਤ ਜੀਓ, ਗੁਰੂ ਮਹਾਰਾਜ ਫਿਰ ਉਸ ਨੂੰ ਪ੍ਰਵਾਨ ਕਰਦਿਆਂ ਹੋਇਆਂ ਟਾਈਮ ਨਹੀਂ ਲਾਉਂਦੇ ਹੈਗੇ। ਗਰੀਬ ਨਵਾਜ ਕਹਿੰਦੇ ਹਰੀ ਦਾ ਜਿਹੜਾ ਨਾਮ ਉੱਤਮ ਹੈ ਨਾ,
ਉਹ ਫਿਰ ਇਹੋ ਜਿਹੇ ਜੀਵ ਦੇ ਜਿਹੜਾ ਭਾਣੇ 'ਚ ਚੱਲਦਾ ਉਹਦੇ ਹਿਰਦੇ 'ਚ ਵਸ ਜਾਂਦੇ ਨੇ। ਫਿਰ ਗੁਰੂ ਦੀ ਬਖਸ਼ੀ ਹੋਈ ਵੱਡੀ ਵਡਿਆਈ ਮੇਟ ਨਾ ਸਕਾ ਕੋਈ, ਉਹਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ ਫਿਰ, ਕਿਉਂਕਿ ਸਤਿਗੁਰੂ ਨੇ ਆਪਣੇ ਸਿੱਖ ਨੂੰ ਆਪ ਵਡਿਆਈ ਦਿੱਤੀ ਹੈ। ਮਾਤਾ ਗੰਗਾ ਜੀ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਕਿ ਮੇਰੀ ਜਠਾਣੀ ਇਹ ਬੀਬੀ ਕਰਮ ਬੜੇ ਮਿਹਣੇ ਮਾਰਦੀ ਹੈ, ਸੜੇ ਹੋਏ ਬੋਲ ਬੋਲਦੀ ਹੈ, ਤੁਸੀਂ ਕਿਰਪਾ ਕਰੋ ਆਪਣੇ ਘਰੇ ਵੀ ਕੋਈ ਲਾਲ ਹੋਵੇ, ਆਪਣੇ ਘਰੇ ਵੀ ਕੋਈ ਸੁਪੁੱਤਰ ਹੋਵੇ। ਗੁਰੂ ਦਾ ਸੁਭਾਅ ਹੈ ਸਾਧ ਸੰਗਤ ਜੀਓ ਆਪਣੇ ਸਿੱਖ ਨੂੰ ਵਡਿਆਈ ਦੇਣਾ। ਜਿਵੇਂ ਨਾ ਕਈ ਵਾਰੀ ਪੁੱਤਰ ਕਿਸੇ ਰਾਗੀ ਨੂੰ ਢਾਡੀ ਨੂੰ ਪੈਸੇ ਦੇਣੇ ਹੋਣ, ਕੋਈ ਗੁਰਦੁਆਰੇ ਕੋਈ ਉਹ ਕਰਨਾ ਹੋਵੇ ਤਾਂ ਬਾਪ ਆਪਣੀ ਜੇਬ 'ਚੋਂ ਪੈਸੇ ਕੱਢ ਕੇ ਆਪਣੇ ਛੋਟੇ ਪੁੱਤਰ ਨੂੰ ਫੜਾਉਂਦਾ, ਜਾ ਪੁੱਤ ਇਹ ਕੀਰਤਨੀਏ ਬਾਬੇ ਨੂੰ ਭੇਟਾ ਦਿਆ, ਆਹ ਢਾਡੀ ਕੀ ਜਥਾ ਲੱਗਿਆ ਹੋਇਆ ਇਹਨੂੰ ਪੈਸੇ ਫੜਾਇਆ। ਉਹ ਬੱਚਾ ਠੁਮਕ ਠੁਮਕ ਤੁਰਦਾ ਜਾਂਦਾ ਤੇ ਆਪਣੀ ਤੋਤਲੀ ਆਵਾਜ਼ 'ਚ ਪੈਸੇ ਫੜਾ ਕੇ ਆ ਜਾਂਦਾ। ਪੈਸੇ ਤਾਂ ਬਾਪੂ ਦੇ ਨੇ ਪਰ ਵਡਿਆਈ ਉਹ ਆਪਣੇ ਪੁੱਤਰ ਨੂੰ ਦੇਣਾ ਚਾਹੁੰਦਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੰਗਾ ਜੀ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ, ਤੁਸੀਂ ਉਹਨਾਂ ਕੋਲ ਜਾਓ, ਉਹਨਾਂ ਤੋਂ ਪੁੱਤਰ ਦੀ ਦਾਤ ਲੈ ਕੇ ਆਓ। ਫਿਰ ਮਾਤਾ ਜੀ ਗਏ। ਹੁਣ ਦੇ ਤਾਂ ਆਪ ਵੀ ਸਕਦੇ ਸੀ ਸਤਿਗੁਰੂ, ਪਰ ਵਡਿਆਈ ਆਪਣੇ ਸਿੱਖ ਨੂੰ ਦੇਣੀ ਸੀ। ਬੁੱਧੂ ਨੇ ਬੇਨਤੀ ਕੀਤੀ ਸਤਿਗੁਰੂ ਦੇ ਚਰਨਾਂ 'ਚ, ਅਰਦਾਸ ਕਰਵਾਈ, ਲੰਗਰ ਕਰਵਾਇਆ ਕਿ ਮਹਾਰਾਜ ਕਿਰਪਾ ਕਰੋ ਮੇਰਾ ਆਵਾ ਮੈਂ ਬੜਾ ਇਹ ਠੇਕੇ ਤੇ ਪਹਾੜੇ ਤੇ ਲੈ ਕੇ ਕਰਾਇਆ, ਮੇਰੇ ਗਲ ਨਾ ਪੈ ਜੇ ਕਿਤੇ ਪਹਾੜਾ ਇਹਦਾ ਆਵੇ ਦਾ, ਮੇਰੇ ਤੇ ਕਿਰਪਾ ਕਰੋ ਮੇਰਾ ਆਵਾ ਪੱਕਾ ਨਿਕਲੇ, ਖੂਬ ਪੈਸੇ ਖੂਬ ਬਟਤ ਹੋਵੇ ਤੇ ਬਰਕਤ ਹੋਵੇ, ਮੈਂ ਦਸਵੰਧ ਕੱਢਾਂਗਾ। ਸਤਿਗੁਰੂ ਨੇ ਆਪ ਅਰਦਾਸ ਕੀਤੀ ਸਾਧ ਸੰਗਤ ਜੀਓ। ਪਰ ਇੱਕ ਲਖੂ ਧਾੜਵੀ ਨਾਂ ਦਾ ਬੰਦਾ ਰਹਿੰਦਾ ਸੀ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਾਲੇ। ਉਹ ਲੋਕਾਂ ਨੂੰ ਲੁੱਟਿਆ ਕਰਦਾ ਸੀ। ਕੋਈ ਸਿੱਖ ਜਾ ਰਿਹਾ ਲਾਹੌਰ ਨੂੰ, ਉਹਨੇ ਉਹਨੂੰ ਘੇਰ ਲਿਆ, ਉਹਦੀ ਲਾਲੀਆਂ ਮੂੰਹੀਆਂ ਦੇਖ ਕੇ ਉਹ ਕਹਿੰਦਾ ਵੀ ਤੇਰੇ ਕੋਲੇ ਖੂਬ ਮਾਲ ਹੈ, ਮਾਲ ਰੱਖ ਦੇ। ਕਹਿੰਦਾ ਤੂੰ ਰੁਕ ਜਾ। ਉਹ ਰੁਕੀ ਨਹੀਂ, ਉਹ ਸਗੋਂ ਉਸੇ ਵੱਲ ਵੱਧ ਰਿਹਾ ਸਿੱਖ। ਉਹ ਕਹਿੰਦਾ ਤੈਨੂੰ ਮੇਰੀ ਇਹ ਡਾਂਗ ਨਹੀਂ ਦਿੰਦੀ, ਮੇਰਾ ਗੰਡਾਸਾ ਨਹੀਂ ਦਿੰਦਾ। ਉਹ ਕਹਿੰਦਾ ਭਰਾਵਾ ਦਿੰਦਾ। ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਕਹਿੰਦਾ ਨਾ। ਤੇਰੇ ਕੋਲ ਕੀ ਆ ਰੱਖ ਦੇ। ਕਹਿੰਦਾ ਜਿਹੜੇ ਤੂੰ ਰੁਪਈਏ ਪੈਸੇ ਦੀ ਗੱਲ ਕਰਦਾ ਇਹ ਤਾਂ ਕਹਿੰਦਾ ਆਨਾ ਦੋ ਆਨੇ ਹੋਣਗੇ, ਪਰ ਮੇਰੇ ਕੋਲ ਤਾਂ ਨਾਮ ਦੀ ਦਾਤ ਹੈ। ਹੁਣ ਅਗਿਆਨੀ ਸੀ, ਉਹਨੂੰ ਕਿਹੜਾ ਪਤਾ ਸੀ। ਕਹਿੰਦਾ ਨਾਮ ਮੈਨੂੰ ਦੇ ਦੇ। ਕਹਿੰਦਾ ਵੀ ਨਾਮ ਮੈਂ ਨਹੀਂ ਦੇ ਸਕਦਾ, ਨਾਮ ਤਾਂ ਨਾ ਗੁਰੂ ਅਰਜਨ ਦੇਵ ਮਹਾਰਾਜ ਦੇਣਗੇ, ਉਹਨਾਂ ਨੇ ਮੈਨੂੰ ਦਿੱਤਾ ਹੋਇਆ। ਉਹ ਕਹਿੰਦਾ ਯਾਰ ਫਿਰ ਤੂੰ ਮੈਨੂੰ ਲੈ ਕੇ ਚੱਲ, ਤੇਰੇ ਮੂੰਹ ਤੇ ਇੰਨੀ ਸ਼ਾਂਤੀ ਆ, ਘਬਰਾਹਟ ਕੋਈ ਨਹੀਂ, ਮੇਰਾ ਗੰਡਾਸਾ ਦੇਖ ਕੇ, ਮੇਰੀ ਜਿਹੜਾ ਹੈ ਦੇਖ ਕੇ ਕਿ ਮੇਰੀ ਮੌਤ ਸਾਹਮਣੇ ਖੜੀ ਹੈ, ਤੈਨੂੰ ਕੋਈ ਘਬਰਾਹਟ ਨਹੀਂ, ਕੋਈ ਤੂੰ ਡੋਲ ਨਹੀਂ ਰਿਹਾ। ਸਾਧ ਸੰਗਤ ਜੀ ਉਹ ਦੁਬਾਰੇ ਵਾਪਸ ਪੁੱਠਾ ਮੁੜ ਆਇਆ। ਅੰਮ੍ਰਿਤਸਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਦਿਦਾਰੇ ਕੀਤੇ ਨਾ ਉਹਨੇ, ਲਖੂ ਧਾੜਵੀ ਨੇ, ਸ਼ਾਂਤੀ ਦੇ ਮਹਾਸਾਗਰ ਸਤਿਗੁਰੂ, ਸੇਵਾ ਦੇ ਪੁੰਜ, ਮੂੰਹ ਦੇ ਵਿੱਚੋਂ ਮਾਖਿਓਂ ਚੋਂਦਾ ਜਦੋਂ ਬੋਲਦੇ ਨੇ, ਇੰਨੀ ਮਿੱਠੀ ਬਾਣੀ ਸਤਿਗੁਰੂ ਦੀ, ਚਰਨਾਂ 'ਚ ਢਹਿ ਢੇਰੀ ਹੋ ਗਿਆ। ਕੀਰਤਨੀਏ ਕੀਰਤਨ ਕਰ ਰਹੇ ਨੇ। ਗੁਰੂ ਮਹਾਰਾਜ ਨੇ ਕਿਹਾ ਕਿ ਭਾਈ 2-4 ਦਿਨ ਰਹੋ, ਸੇਵਾ ਕੀਤੀ ਹੈ, ਸੰਗਤ ਕੀਤੀ ਹੈ। ਜਦੋਂ ਕਿਤੇ ਸਮਾਂ ਬਣਿਆ, ਮਹਾਰਾਜ ਨੇ ਦੇਖਿਆ ਵੀ ਹੁਣ ਇਹਦਾ ਮਨ ਤੋਂ ਮੈਲ ਲੱਥਣ ਲੱਗੀ ਹੈ। ਕਿਹਾ ਭਾਈ ਜੀ ਨੇ ਨਾਮ ਲੈਣਾ ਲੈ ਲਓ। ਉਹਨੇ ਵੀ ਕਤਾਰ 'ਚ ਖੜਾ ਹੋ ਗਿਆ। ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ ਲਖੂ ਧਾੜਵੀ ਨੇ ਇੰਨੀ ਸ਼ਿੱਦਤ ਨਾਲ, ਇੰਨੀ ਇਕਾਗਰਤਾ ਨਾਲ, ਇੰਨੀ ਲਗਨਤਾ ਅਤੇ ਦ੍ਰਿੜਤਾ ਨਾਲ ਨਾਮ ਜਪਿਆ ਕਿ ਗੁਰੂ ਮਹਾਰਾਜ ਦਾ ਸਥਾਈ ਨਿਵਾਸ ਉਹਦੀ ਰਸ ਨਹੀਂ ਬਣ ਗਈ। ਹੁਣ ਇਹਦੀ ਸਾਦੀ ਜੀ ਕਿਰਿਆ ਸੀ, ਜਿੱਥੇ ਬੈਠ ਜਾਣਾ ਸਮਾਧੀ ਲੱਗ ਜਾਣੀ, ਨਾਮ ਰਸ ਮਾਣੀ ਜਾਣਾ। ਕਿਤੇ ਸਰੀਰ ਕਲੋੜ ਮੁਤਾਬਕ ਭੁੱਖ ਲੱਗੀ, ਕਿਸੇ ਨੇ ਦੇਤਾ ਠੀਕ ਹੈ, ਨਾ ਦੇਤਾ ਤਾਂ ਵੀ ਠੀਕ ਹੈ। ਹੁਣ ਇਹ ਕੁਦਰਤੀ ਇਹ ਜਾ ਰਿਹਾ। ਅੱਗੇ ਨੇ ਦੇਖਿਆ ਵੀ ਬੜੀ ਗਹਿਮਾ ਗਹਿਮੀ ਹੈ, ਨੂੰ ਪਤਾ ਲੱਗਿਆ ਵੀ ਉਰੇ ਗੁਰੂ ਕਾ ਲੰਗਰ ਵਰਤ ਰਿਹਾ। ਹੁਣ ਉਹ ਐਨੇ ਨੂੰ ਸਾਰੀ ਸੰਗਤ ਅੰਦਰ ਜਾ ਕੇ ਬਾਹਰੋਂ ਦਰਵਾਜ਼ਾ ਬੰਦ ਕਰਤਾ ਸੀ ਕਿ ਭਾਈ ਬਾਕੀ ਵੀ ਜਿਹੜਾ ਹੈ ਵੀ ਸੰਗਤ ਬਸ ਇੰਨੀ ਕੁ ਦੀ ਪ੍ਰਬੰਧ ਹੈ। ਉਹਨੇ ਕਿਹਾ ਵੀ ਭਾਈ ਮੈਨੂੰ ਬੜੀ ਭੁੱਖ ਲੱਗੀ ਹੈ।
ਉਹ ਕਹਿੰਦੇ ਵੀ ਨਹੀਂ ਅਰਦਾਸ ਹੋ ਰਹੀ ਆ, ਮਹਾਰਾਜ ਭੋਗ ਲਾਉਣਗੇ, ਸੰਗਤਾਂ ਛਕਣਗੀਆਂ। ਹੁਣ ਉਹਦੀ ਕਿਰਿਆ ਨੂੰ ਦੇਖ ਕੇ, ਅਵਸਥਾ ਨੂੰ ਦੇਖ ਕੇ ਸੋਚਿਆ ਵੀ ਐਵੇਂ ਮਾੜਾ ਮੰਗਤਾ ਤੁਰਿਆ ਫਿਰਦਾ ਕੋਈ। ਹੁਣ ਭਾਈ ਲੱਖੂ ਦੀ ਕਿਸੇ ਨੂੰ ਸਮਝ ਨਾ ਪਈ, ਇਹ ਭਾਈ ਲੱਖੂ ਹੈ। ਉਹ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਉਹ ਕਹਿੰਦੇ ਯਾਰ ਵੀ ਤੈਨੂੰ ਭੁੱਖ ਤਾਂ ਲੱਗੀ ਹੈ ਪਰ ਲੰਗਰ ਨਹੀਂ ਤੈਨੂੰ ਮਿਲੂਗਾ, ਇਹ ਪਹਿਲਾਂ ਸੰਗਤ ਛਕੂਗੀ, ਗੁਰੂ ਮਹਾਰਾਜ ਨੂੰ ਭੋਗ ਲੱਗੂਗਾ, ਉਦੋਂ ਬਾਅਦ ਜੇ ਕੋਈ ਬਚਾ ਤੈਨੂੰ ਮਿਲੂਗਾ। ਜਦੋਂ ਅਰਦਾਸ ਹੋਈ ਕਿ ਬੁੱਧੂ ਦਾ ਆਵਾ ਪੱਕਾ ਰਹੇ, ਉਹਨੇ ਬਾਹਰ ਖੜੇ ਨੇ ਕਿਹਾ ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, 3 ਵਾਰੀ ਕਹਿ ਕੇ ਉਹ ਉੱਥੋਂ ਤੁਰ ਗਿਆ। ਉਹੀ ਗੱਲ ਹੋਈ, ਜਦੋਂ ਆਵਾ ਖੋਲ੍ਹਿਆ ਸਾਧ ਸੰਗਤ ਜੀ ਇੱਟਾਂ ਪਿੱਲੀਆਂ ਕੱਚੀਆਂ ਨਿਕਲੀਆਂ। ਬੁੱਧੂ ਧਾਹਾਂ ਮਾਰਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ, ਮਹਾਰਾਜ ਤੁਹਾਡੀ ਅਰਦਾਸ ਕੀਤੀ ਸੀ। ਉਹ ਕਹਿੰਦੇ ਅਰਦਾਸ ਤਾਂ ਮੈਂ ਕੀਤੀ ਸੀ ਪਰ ਮੈਂ ਤਾਂ ਉਹ ਲੱਖੂ ਦੀ ਰਸਨਾ 'ਤੇ ਬੈਠਾ ਸੀ, ਕੱਚਾ ਕੱਚਾ ਉੱਥੇ ਹੋ ਗਿਆ ਸੀ 3 ਵਾਰੀ। ਮਹਾਰਾਜ ਮੈਂ ਤਾਂ ਮਾਰਿਆ ਜਾਊਂਗਾ, ਮੇਰਾ ਤਾਂ ਘਰ ਪਰਿਵਾਰ ਸਾਰਾ ਕੁਝ ਵਿਕ ਜਾਣਾ, ਮੇਰੇ ਸਿਰੇ ਜਿਹੜਾ ਹੈ ਠੇਕਾ ਇਹਨਾਂ ਟੁੱਟ ਜਾਣਾ। ਤੁਹਾਡੀ ਕੀਤੀ ਹੋਈ ਅਰਦਾਸ ਹੈ। ਮਹਾਰਾਜ ਕਹਿੰਦੇ ਵੀ ਦੇਖੋ ਅਸੀਂ ਮੇਰੇ ਸਿੱਖ ਦੀ ਨਹੀਂ ਮੋੜਦੇ। ਹਾਂ ਅਰਦਾਸ ਕੀਤੀ ਆ ਸੰਗਤ ਦੇ ਵਿੱਚ ਜੁੜ ਕੇ, ਆਵਾ ਤਾਂ ਹੁਣ ਕੱਚਾ ਹੀ ਹੈ ਪਰ ਇਹ ਪੱਕਿਆਂ ਦੇ ਭਾਅ ਵਿਕ ਜੂ। ਮਹਾਰਾਜ ਨੇ ਆਪਣੇ ਸਿੱਖ ਨੂੰ ਲੱਖੂ ਨੂੰ ਵਡਿਆਈ ਦਿੱਤੀ। ਹੁਣ ਉਹਦੀ ਮਹਾਰਾਜ ਕਹਿ ਫਰਮਾ ਰਹੇ ਨੇ, ਕਹਿੰਦੇ ਵਡਿਆਈ ਗੁਰੂ ਦੀ ਦਿੱਤੀ ਹੋਈ ਮੇਟ ਨਾ ਸਕੈ ਕੋਏ। ਕੋਈ ਬੰਦਾ ਵਡਿਆਈ ਨੂੰ ਮੇਟ ਨਹੀਂ ਸਕਦਾ, ਮੇਟ ਹੀ ਨਹੀਂ ਸਕਦਾ। ਕਿਸੇ ਤਾਕਤ ਨਹੀਂ ਗੁਰੂ ਦੀ ਦਿੱਤੀ ਹੋਈ ਵਡਿਆਈ ਨੂੰ ਮਿਟਾ ਸਕੇ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਹਾਂ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰੇ, ਆਪਣੀ ਕਿਰਪਾ ਆਪ ਕਰਦਾ ਜਦੋਂ, ਉਸ ਨੂੰ ਗੁਰੂ ਦੇ ਭਾਣੇ ਵਿੱਚ ਚੱਲਣ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ ਉਹਦਾ ਪਰਮਾਤਮਾ ਦਾ ਭਾਣਾ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਨਹੀਂ ਮੰਨਿਆ ਜਾ ਸਕਦਾ। ਕਹਿੰਦੇ ਹੁਣ ਜਦੋਂ ਉਹ ਕਿਰਪਾ ਕਰਦਾ ਹੈ ਫਿਰ ਉਸ ਬੰਦੇ ਨੂੰ ਗੁਰੂ ਦੇ ਭਾਣੇ ਵਿੱਚ ਚੱਲਣ ਦੀ ਜਿਹੜੀ ਮਿਹਰ ਹੈ ਉਹ ਪ੍ਰਾਪਤ ਹੁੰਦੀ ਹੈ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝਾ ਕੋਏ। ਹੈ ਨਾਨਕ, ਇਹ ਤਾਂ ਹੋ ਗਿਆ ਜੀ ਸਰ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝਾ ਕੋਏ। ਕਹਿੰਦੇ ਹੈ ਨਾਨਕ ਸਾਰੇ ਕਾਰਨ, ਹਰੇਕ ਕੰਮ ਦਾ ਕਾਰਨ ਪਰਮਾਤਮਾ ਦੇ ਆਪਣੇ ਹੱਥ 'ਚ ਹੈ। ਹੁਣ ਆਪਾਂ ਇੱਥੇ ਆਏ ਹਾਂ, ਇਹਦਾ ਸਬੱਬ ਪਰਮਾਤਮਾ ਨੇ ਆਪ ਬਣਾਇਆ। ਕਹਿੰਦੇ ਨੇ ਜੇ ਕਰਤਾ ਕਿਛ ਕਰਿਆ ਲੋੜੇ, ਲੱਖ ਸਬੱਬ ਬਣਾਏ ਨਿਭਾਏ। ਜੇ ਕਰਤਾ ਕਿਛ ਕਰਿਆ ਚਾਹੇ, ਲੱਖ ਸਬੱਬ ਬਣਾਏ ਨਿਭਾਏ। ਲੱਖਾਂ ਸਬੱਬ ਬਣਾਉਣ ਦਾ ਫਿਰ ਆਪਾਂ ਆਏ, ਆਪਾਂ ਨੂੰ ਤੰਦਰੁਸਤੀ ਦੇਤੀ, ਆਪਾਂ ਨੂੰ ਕੋਈ ਸਵਾਰੀ ਦੇਤੀ ਚੜ੍ਹ ਕੇ ਆਉਣ ਵਾਸਤੇ, ਆਪਾਂ ਨੂੰ ਵੇਹਲ ਦੇਤੀ, ਕੋਈ ਰਿਸ਼ਤੇਦਾਰ, ਕੋਈ ਮਿੱਤਰ, ਕੋਈ ਭੈਣ ਭਾਈ ਇਸ ਮੌਕੇ 'ਤੇ ਨਹੀਂ ਆਇਆ, ਸਬੱਬ ਬਣਾਤਾ ਪਰਮਾਤਮਾ ਨੇ। ਕਹਿੰਦੇ ਇਹ ਸਾਰੇ ਸਬੱਬ ਸਾਡੇ ਤਾਕਤ ਦੇ ਵੱਸ 'ਚ ਨਹੀਂ, ਇਹ ਉਹਦੀ ਕਿਰਪਾ ਦੇ ਵਿੱਚ ਨੇ। ਉਹਦੀ ਕਿਰਪਾ ਨਾਲ ਸਬੱਬ ਬਣਦੇ ਨੇ। ਸਾਧ ਸੰਗਤ ਜੀ ਜੇ ਅਸੀਂ ਆਖੀਏ ਕੋਈ ਅਸੀਂ ਨਿਤਨੇਮ ਕਰ ਲਾਂਗੇ ਆਪਣੀ ਤਾਕਤ ਨਾਲ, ਨਹੀਂ, ਨਹੀਂ ਹੁੰਦਾ, ਨਹੀਂ ਹੁੰਦਾ। ਉਹ ਭੁਲਾਏ ਦਿੰਦਾ, ਯਾਦ ਨਹੀਂ ਰਹਿੰਦਾ। ਜਾਂ ਪਰਸੋਂ ਚੌਥੇ ਉਹ ਕਥਾ ਦੀ ਡਿਊਟੀ ਲੱਗੀ, ਗਏ ਜਾ ਕੇ ਰੋਟੀ ਖਾ ਕੇ ਸੌਂ ਗਏ, ਸੋਹਲੇ ਸਾਹਿਬ ਦਾ ਪਾਠ ਕਰਕੇ। ਜਦੋਂ ਸਵੇਰੇ ਉੱਠ ਕੇ ਮੈਂ ਜੋਤ ਲਾਉਣ ਲੱਗਾ, ਯਾਦ ਹੈ ਵੀ ਰਾਤ ਰਹਿ ਰਸ ਦਾ ਪਾਠ ਹੀ ਨਹੀਂ ਕੀਤਾ। ਦੂਰ ਫਿਟੇ ਮੂੰਹ ਤੇਰੇ ਮਨਾ, ਭੁੱਲੇ ਗਏ। ਦੂਸਰੇ ਦਿਨ ਫਿਰ 2 ਕੀਤੇ, ਭੁੱਲ ਗਏ। ਜੇ ਉਹ ਚਾਹੇ ਭੁਲਾਏ ਦਿੰਦਾ ਹੋ, ਯਾਦ ਨਹੀਂ ਰਹਿੰਦੀ ਗੱਲ, ਯਾਦ ਨਹੀਂ ਰਹਿੰਦੀ। ਮਹਾਰਾਜ ਜੀ ਫਰਮਾਉਂਦੇ ਨੇ, ਕਹਿੰਦੇ ਇਹ ਸਾਰੇ ਕਾਸੇ ਦਾ, ਸਾਰੇ ਕਾਰਜਾਂ ਦਾ ਕਾਰਨ ਪਰਮਾਤਮਾ ਦੇ ਵਸ 'ਚ ਹੈ। ਸਾਡੇ ਜੰਮਣ ਦਾ ਕਾਰਨ, ਸਾਡੇ ਮਰਨ ਦਾ ਕਾਰਨ, ਸਾਡੇ ਕਿਸੇ ਅਹੁਦੇ 'ਤੇ ਪਹੁੰਚਣ ਦਾ ਕਾਰਨ, ਕਿਸੇ ਮਰਤਬੇ ਦੇ ਉੱਤੇ ਟਿਕੇ ਰਹਿਣ ਦਾ ਕਾਰਨ ਪਰਮਾਤਮਾ ਆਪ ਬਣਾਉਂਦਾ। ਅਸੀਂ ਆਪਣੇ ਯਤਨਾਂ ਨਾਲ ਉਹਦੇ ਕਾਰਨ ਨੂੰ ਨਹੀਂ ਬਣਾ ਸਕਦੇ। ਉਹ ਆਪਣੀ ਕਿਰਪਾ ਦੇ ਜਿਹੜਾ ਹੈ ਉਹ ਆਪਣੀ ਕਿਰਪਾ ਨਾਲ ਹੀ ਕਾਰਨ ਬਣਾਉਂਦਾ। ਗੁਰਮੁਖ ਬੁੱਝਿਆ ਕੋਏ, ਇਸ ਗੱਲ ਨੂੰ ਕੋਈ ਗੁਰਮੁਖ ਗੁਰੂ ਦਾ ਅਨਸਾਰੀ ਹੀ ਬੰਦਾ ਬੁੱਝਦਾ। ਨਹੀਂ ਮਨਮੁੱਖਾਂ ਨੂੰ ਤਾਂ ਐਂ ਲੱਗਦਾ ਯਾਰ ਮੈਂ ਐਂ ਕੀਤਾ ਸੀ ਤਾਂ ਐਂ ਹੋ ਗਿਆ, ਮੈਂ ਐਂ ਕੀਤਾ ਸੀ ਤਾਂ ਐਂ ਹੋ ਗਿਆ। ਉਹ ਇੱਦਾਂ ਹੀ ਆਹੀ ਗੱਲਾਂ ਕਰਦੇ ਨੇ। ਖੇਤੀ ਵਾਲੇ ਕਹਿਣਗੇ ਜੀ ਮੈਂ ਖਾਦ ਵੱਧ ਪਾਈ ਸੀ ਜੀ, ਮੈਂ ਫਲਾਣੀ ਦਵਾਈ ਛਿੜਕੀ ਸੀ। ਇਹ ਨੌਕਰੀਆਂ ਵਾਲੇ ਕਹਿਣਗੇ ਜੀ ਮੈਂ ਫਲਾਣੀ ਥਾਂ 'ਤੇ ਪੜ੍ਹਿਆ ਸੀ ਜੀ, ਮੈਂ ਫਲਾਣੀਆਂ ਥਾਂ 'ਤੇ ਟਿਊਸ਼ਨਾਂ ਕੀਤੀਆਂ ਸੀ ਜੀ, ਮੈਂ ਫਲਾਣਾ ਟੈਸਟ ਕਲੀਅਰ ਕੀਤਾ। ਨਹੀਂ ਸਾਧ ਸੰਗਤ ਜੀਓ,
ਇਹ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਉਹਦਾ ਸਬੱਬ ਹੁੰਦਾ ਹੈ। ਇਹ ਸਾਰੀਆਂ ਗੱਲਾਂ ਨੂੰ ਕੋਈ ਗੁਰੂ ਦਾ ਅਨਸਾਰੀ, ਗੁਰੂ ਦੇ ਭਾਣੇ ਵਿੱਚ ਚੱਲਣ ਵਾਲਾ, ਜਿਹਦਾ ਮੂੰਹ ਗੁਰੂ ਵੱਲ ਹੈ, ਜਿਹਨੇ ਆਪਣੇ ਜੀਵਨ ਦੇ ਰੱਥ ਦੇ ਉੱਤੇ ਗੁਰੂ ਨੂੰ ਮੁਖੀ ਬਣਾਇਆ ਹੋਇਆ, ਉਹੀ ਇਸ ਗੱਲ ਨੂੰ ਬੁੱਝ ਸਕਦਾ ਹੈ। ਆਮ ਬੰਦਾ ਇਸ ਗੱਲ ਨੂੰ ਨਹੀਂ ਬੁੱਝਦਾ। ਮਹਿਲਾ ਤੀਜਾ। ਫਿਰ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਜਿਨੇ ਨਾਨਕ ਹਰ ਨਾਮ ਜਿਨੀ ਆਰਾਧਿਆ, ਆਂਦੇ ਨੇ ਹਰ ਲਿਵਤਾਰ। ਹਰ ਲਿਵਤਾਰ ਦਾ ਮਤਲਬ ਹੁੰਦਾ ਸੁਰਤ ਜੋੜ ਕੇ, ਇੱਕ ਟੱਕ ਇੱਕ ਲਿਵ ਦੇ ਵਿੱਚ। ਹੁਣ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਜਾਂ ਨਿਤਨੇਮ ਕਰਦੇ ਹਾਂ, ਤਾਂ ਸਾਡਾ ਮਨ ਕਈ ਵਾਰੀ ਕਈ ਥਾਵਾਂ 'ਤੇ ਟੁੱਟ ਜਾਂਦਾ। ਹਮੇਸ਼ਾ ਇੱਕ ਰਸ ਨਹੀਂ ਰਹਿੰਦਾ ਆਪਣਾ ਮਨ, ਕਿਉਂਕਿ ਆਪਣਾ ਮਨ ਮਾਇਆ ਦੇ ਤਿੰਨਾਂ ਗੁਣਾਂ ਤੋਂ ਪ੍ਰਭਾਵਿਤ ਹੈ, ਰਜੋ ਸਤੋ ਤਮੋ ਤੋਂ। ਜਿਵੇਂ ਜਿਵੇਂ ਉਹਦੀ ਪਰਛਾਈ ਸਾਡੇ ਉੱਤੋਂ ਦੀ ਗੁਜ਼ਰਦੀ ਹੈ, ਸਾਡੇ ਮਨ ਉੱਤੋਂ ਦੀ, ਸਾਡਾ ਮਨ ਉਸੇ ਤਰ੍ਹਾਂ ਉੱਪਰ ਨੀਚੇ ਹੁੰਦਾ ਰਹਿੰਦਾ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਕਿਸੇ ਮਰਤਬੇ 'ਤੇ ਪਹੁੰਚ ਗਏ, ਜਿਹੜੇ ਸਹਿਜ ਅਵਸਥਾ 'ਚ ਟਿਕ ਗਏ, ਉਹਨਾਂ ਦਾ ਮਨ ਸਾਧ ਸੰਗਤ ਜੀਓ ਇਹ ਮਾਇਆ ਦੀ ਛਾਂ ਤੋਂ ਪਰੇ ਲੰਘ ਜਾਂਦਾ, ਉੱਚਾ ਉੱਠ ਜਾਂਦਾ। ਜਿਵੇਂ ਬਾਕੀ ਜਦੋਂ ਮੀਂਹ ਪੈਂਦਾ ਨਾ, ਬਾਕੀ ਸਾਰੇ ਪੰਛੀ ਭਿੱਜੇ ਜਾਂਦੇ ਨੇ। ਭਿੱਜਣ ਤੋਂ ਬਚਣ ਵਾਸਤੇ ਕੋਈ ਛੱਤਾਂ ਹੇਠਾਂ ਵੜਦਾ, ਕੋਈ ਦਰਖਤ ਦੇ ਟਾਹਣਿਆਂ ਹੇਠਾਂ ਆਪਣਾ ਸਿਰ ਕਰਦਾ, ਪਰ ਜਿਹੜਾ ਬਾਜ ਹੈ ਨਾ, ਬਾਜ ਉੱਡਦਾ ਉਹ ਬੱਦਲਾਂ ਤੋਂ ਹੀ ਉੱਪਰ ਹੋ ਜਾਂਦਾ। ਬਾਜ ਜਦੋਂ ਮੀਂਹ ਪੈਂਦਾ ਹੈ ਉਹ ਬੱਦਲਾਂ ਤੋਂ ਉੱਪਰ ਹੁੰਦਾ, ਇਸ ਕਰਕੇ ਉਹ ਸੁੱਕਾ ਰਹਿੰਦਾ, ਭਿੱਜਦਾ ਨਹੀਂ। ਇਸੇ ਤਰ੍ਹਾਂ ਬ੍ਰਹਮ ਗਿਆਨੀ, ਗੁਰੂ ਕੇ ਬਾਜ, ਇਹ ਮਾਇਆ ਦੇ ਬੱਦਲਾਂ ਤੋਂ ਉੱਪਰ ਹੋ ਜਾਂਦੇ ਨੇ। ਉਹਨਾਂ ਦੇ ਉੱਤੇ ਮਾਇਆ ਦੀ ਪਰਛਾਈ ਨਹੀਂ ਆਉਂਦੀ। ਉਹਨਾਂ ਦਾ ਮਨ ਤੇਲ ਦੀ ਧਾਰ ਵਾਂਗੂ ਇੱਕ ਰਸ ਰਹਿੰਦਾ, ਦੁੱਖ ਹੋਵੇ ਚਾਹੇ ਸੁੱਖ ਹੋਵੇ। ਅਸਾਂ ਤਾਂ ਦੁੱਖ ਹੋਵੇ, ਮੜਾ ਜ਼ੁਕਾਮ ਹੋ ਜੇ ਨਾ, ਚੱਲ ਜਾ ਰਹਿ ਰਾਸਤਾ ਕੱਲ੍ਹ ਨੂੰ ਕਰਾਂਗੇ, ਅੱਜ ਤਾਂ ਹੁੰਦੀ ਨਹੀਂ। ਅੱਜ ਤਾਂ ਨਾ ਮੋਢੇ 'ਚ ਦੁਖੀ ਜਾਂਦੇ ਨੇ, ਅੱਜ ਇਹ ਲੱਕ ਪੀੜ ਹੁੰਦੀ ਆ। ਸਵੇਰੇ ਉੱਠਣ ਵੇਲੇ ਕਿੰਨੀਆਂ ਕੈਲਕੂਲੇਸ਼ਨਾਂ ਕਰਦੇ, ਨਹੀਂ ਜੀ ਆ ਤਾਂ ਨਾ ਅੱਜ ਨੀਂਦ ਨਹੀਂ ਪੂਰੀ ਹੋਈ, ਆਵਾਸੀਆਂ ਜਿਹੀਆਂ ਆਈ ਜਾਂਦੀਆਂ ਨੇ। ਉਹ ਚੱਲ ਯਾਰ ਕਿਹੜਾ ਮਨ ਲੱਗਣਾ ਹੈ, ਨਿਤਨੇਮ ਦਾ ਕੀ ਹੈ, ਵੀ ਆਰਾਮ ਹੀ ਕਰ ਲਓ, ਅੱਜ ਫਿਰ ਦਿਨੇ ਦੇਖ ਲਾਂਗੇ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਨੇਮੀ ਨੇ ਅਤੇ ਪ੍ਰੇਮੀ ਨੇ, ਉਹ ਸਾਧ ਸੰਗਤ ਜੀ ਫਿਰ ਉਹਨਾਂ ਕਹਿੰਦੇ ਨਾ, ਉਹ ਜਿਨ੍ਹਾਂ ਨੇ ਦਿਨ ਰਾਤ ਹਰੀ ਦੇ ਵਿੱਚ ਸੁਰਤ ਜੋੜ ਕੇ ਇੱਕ ਰਸ ਹੋ ਕੇ, ਹੇ ਨਾਨਕ ਪਰਮਾਤਮਾ ਦੇ ਨਾਮ ਨੂੰ ਆਰਾਧਿਆ ਹੈ, ਧਿਆਇਆ ਹੈ ਜਿਨ੍ਹਾਂ ਨੇ, ਫਿਰ ਉਹਨਾਂ ਦੇ ਕੀ ਹੁੰਦਾ ਸਾਧ ਸੰਗਤ ਜੀ? ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੈ ਕਾਰ। ਫਿਰ ਇਹ ਮਾਇਆ ਜਿਹੜੀ ਪਰਮਾਤਮਾ ਦੀ ਬੰਦੀ ਹੈ, ਪਰਮਾਤਮਾ ਦੀ ਦਾਸੀ ਹੈ, ਪਰਮਾਤਮਾ ਦੀ ਨੌਕਰਾਣੀ ਹੈ, ਉਹ ਉਹਨਾਂ ਦੇ ਅੱਗੇ ਕਾਰ ਕਮਾਉਂਦੀ ਹੈ। ਜਿਵੇਂ ਰਾਜੇ ਨੇ ਗੋਲੀਆਂ ਰੱਖੀਆਂ ਹੁੰਦੀਆਂ ਨੇ ਆਪਣੇ ਮਹਿਲਾਂ 'ਚ, ਉਹਨਾਂ ਨੂੰ ਤਨਖਾਹ ਰਾਜਾ ਦਿੰਦਾ ਹੈ, ਪਰ ਜਿਹੜੇ ਰਾਜਕੁਮਾਰ ਹੁੰਦੇ ਨੇ ਜਾਂ ਰਾਜਕੁਮਾਰੀਆਂ ਹੁੰਦੀਆਂ ਨੇ, ਉਹ ਉਹਨਾਂ ਦੀ ਵੀ ਸੇਵਾ ਕਰਦੀਆਂ ਨੇ, ਉਹਨਾਂ ਦੇ ਮੂੰਹ 'ਚੋਂ ਬੋਲ ਨਹੀਂ ਡਿੱਗਣ ਦਿੰਦੇ। ਉਹ ਆਪਣੇ ਦਾਸੀ ਨੂੰ, ਉਹ ਮਤਲਬ ਕਹਿੰਦੇ ਨੇ ਦਾਇਆ ਦਾਈ ਨੂੰ ਕਹਿੰਦੇ ਨੇ ਸਾਨੂੰ ਫਲਾਣੀ ਚੀਜ਼ ਦੀ ਲੋੜ ਹੈ, ਉਹ ਨਾਲ ਦੀ ਨਾਲ ਰਸੋਈ 'ਚ ਜਾ ਕੇ ਉਹਨਾਂ ਨੂੰ ਤਿਆਰ ਕਰਕੇ ਦੇ ਦਿੰਦੀਆਂ ਨੇ। ਦਾਸੀਆਂ ਤਾਂ ਉਹ ਰਾਜੇ ਦੀਆਂ ਨੇ ਨਾ। ਇਸੇ ਤਰ੍ਹਾਂ ਪਰਮਾਤਮਾ ਦੀ ਦਾਸੀ ਹੈ ਮਾਇਆ। ਮਾਇਆ ਇਸ ਧਰਤੀ ਦੀ ਸਭ ਤੋਂ ਵੱਡੀ ਸ਼ਕਤੀ ਮੰਨੀ ਗਈ ਹੈ। ਉਹ ਬ੍ਰਹਮ ਗਿਆਨੀਆਂ ਦੇ ਅੱਗੇ ਪਰਮਾਤਮਾ ਨੂੰ ਇੱਕ ਸੁਰਤ ਜੋੜ ਕੇ ਧਿਆਉਣ ਵਾਲਿਆਂ ਦੇ ਅੱਗੇ ਨੌਕਰਾਣੀ ਬਣ ਕੇ ਖੜ ਜਾਂਦੀ ਹੈ, ਉਹਨਾਂ ਦੇ ਅੱਗੇ ਕੰਮ ਕਰਦੀ ਹੈ। ਫਿਰ ਉਹ ਸਾਧ ਸੰਗਤ ਜੀ, ਉਹਨਾਂ ਦੇ ਅੱਗੇ ਤਾਂ ਕੁਦਰਤ ਵੀ ਉਹਨਾਂ ਦੀ ਗੁਲਾਮ ਬਣ ਜਾਂਦੀ ਆ। ਬਾਬਾ ਜੀ ਨੇ ਕਥਾ 'ਚ ਸੁਣਾਇਆ ਸੀ ਇੱਕ ਵਾਰੀ, ਇੱਧਰ ਕਹਿੰਦੇ ਕੌਂਕੇ ਪਿੰਡ ਹੈ ਜਗਰਾਵਾਂ ਵੱਲ, ਉੱਥੇ ਕਹਿੰਦੇ ਕੋਈ ਸਾਧੂ ਰਹਿੰਦਾ ਸੀ, ਹਿੰਦੂ ਸਾਧੂ ਸੀ ਕੋਈ। ਉਹਦੀ ਝੌਂਪੜੀ ਟੁੱਟ ਗਈ, ਪਿੰਡ ਵਾਲਿਆਂ ਨੇ ਉਹਦੀ ਝੌਂਪੜੀ ਬਣਾਉਣੀ ਸ਼ੁਰੂ ਕਰਤੀ। ਕੁਦਰਤੀ ਕਾਲੀ ਘਟਾ ਚੜ੍ਹ ਕੇ ਆ ਗਈ, ਐਨ ਪੂਰੀ ਬੱਦਲ, ਮੀਂਹ ਪੈਂਦਾ, ਕਣੀਆਂ ਕਿਣਮਿਣ ਕਾਣੀ ਹੋ ਗਈ। ਉਹ ਪਿੰਡ ਦੇ ਲੋਕ ਕਹਿੰਦੇ ਮਹਾਂਪੁਰਖੋ, ਇਹ ਨਾ ਮਤਲਬ ਅਜੇ ਕੰਧਾਂ ਗਿੱਲੀਆਂ ਨੇ, ਢਹਿ ਜਾਣਗੀਆਂ, ਮੀਂਹ ਪੈ ਗਿਆ ਤਾਂ ਵੀ ਕੁਛ ਕਰੋ, ਜੇ ਇਹ ਬੱਦਲ ਰੁਕ ਸਕਦਾ, ਤੁਹਾਡੀ ਝੌਂਪੜੀ ਪੈ ਜੂਗੀ 2 ਦਿਨਾਂ ਦੇ ਵਿੱਚ, ਤੁਸੀਂ ਫਿਰ ਜਿਹੜਾ ਹੈ ਫਿਰ ਪੈ ਜੇ ਬੇਸ਼ੱਕ ਮੀਂਹ। ਕਹਿੰਦੇ ਉਹ ਬੰਦਾ ਮਹਾਤਮਾ ਬਾਹਰ ਨਿਕਲੇ,
ਉੱਪਰ ਨੂੰ ਮੂੰਹ ਵੱਲ ਕਰਕੇ ਕਹਿੰਦੇ ਓਏ ਅੰਦਰ ਆ। ਕਹਿੰਦੇ ਤੇਰੀ ਇੱਕ ਲੱਤ ਤਾਂ ਤੇਰੀ ਪਹਿਲੀ ਲੰਗੜੀ ਆ, ਕਹਿੰਦੇ ਦੂਜੀ ਵੀ ਤੜਵਾਉਣੀ ਆ ਤੂੰ, ਤੈਨੂੰ ਹੋਰ ਨਹੀਂ ਥਾਂ ਮਿਲਦੀ ਵਰਸਣ ਵਾਸਤੇ। ਕਹਿੰਦੇ 3 ਦਿਨ ਝੜੀ ਲੱਗ ਗਈ, ਆਲੇ ਦਾਲੇ ਮੀਂਹ ਪੈਂਦਾ ਰਿਹਾ, ਜਲ ਥਲ ਹੋ ਗਿਆ। ਕਹਿੰਦੇ ਸਾਧ ਦੀ ਕੁਟੀਆ ਤੇ ਕੋਈ ਮੀਂਹ ਨਹੀਂ ਪਿਆ। ਉਹਨਾਂ ਨੇ ਸਾਧ ਦੀ ਕੁਟੀਆ ਪਾਈ, ਉੱਤੇ ਜਿਹੜਾ ਹੈ ਸਰਕੜੇ ਦੀ ਛੱਤ ਪਾਤੀ, ਐਨ ਪੂਰਾ ਇੰਤਜ਼ਾਮ ਕਰਤਾ। ਜਦੋਂ ਹੋ ਗਿਆ ਸਾਰਾ ਕੁਛ, ਕਹਿੰਦੇ ਲਓ ਮਹਾਂਪੁਰਖੋ ਹੁਣ ਤੁਸੀਂ ਇੱਥੇ ਨਿਵਾਸ ਕਰੋ, ਤੁਹਾਡੀ ਜਿਹੜੀ ਇਹ ਛੰਨ ਹੈ ਪੂਰੀ ਪੈ ਗਈ। ਉਹ ਪੈ ਗਏ। ਕਹਿੰਦੇ ਮਹਾਤਮਾ ਨੇ ਉੱਪਰ ਕਿਹਾ, ਕਹਿੰਦੇ ਉਹ ਇੰਦਰਾ, ਕਹਿੰਦੇ ਯਾਰ ਕਹਿੰਦੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮਾਫ ਕਰ ਦੀ, ਹੁਣ ਤੂੰ ਇੱਥੇ ਵਰਸਣਾ ਭਰਾਵਾ, ਜਿੰਨਾ ਵਰਸਣਾ ਵਰਸ ਲੈ। ਕਹਿੰਦੇ ਫਿਰ 3 ਦਿਨ ਨਾ ਸਾਧ ਦੀ ਕੁਟੀਆ ਦੀ ਵਰਸਦਾ ਰਿਹਾ, ਹੋਰ ਸਾਰੇ ਧੁੱਪ ਨਿਕਲੀ ਹੋਈ ਸੀ। ਮਹਾਂਪੁਰਖਾਂ ਦੇ ਨਾਮ ਧਿਆਉਣ ਵਾਲਿਆਂ ਦੇ ਆਖੇ ਤਾਂ ਦੇਵੀ ਦੇਵਤੇ ਵੀ ਲੱਗਦੇ ਨੇ, ਉਹ ਵੀ ਉਹਨਾਂ ਦਾ ਸਤਿਕਾਰ ਕਰਦੇ ਨੇ। ਹਵਾ, ਪਾਣੀ, ਅੱਗ, ਮੀਂਹ ਸਭ ਉਹਨਾਂ ਦੇ ਵਸ 'ਚ ਹੁੰਦਾ। ਕਹਿੰਦੇ ਮਾਇਆ ਵੀ ਉਹਨਾਂ ਦੇ ਅੱਗੇ ਨੌਕਰਾਣੀ ਬਣ ਕੇ ਕੰਮ ਕਰਦੀ ਹੈ। ਪੂਰਾ ਕਰ ਛੋੜਿਆ, ਪੂਰਾ ਇੱਥੇ ਵਿਸ਼ਰਾਮ ਦੇਣਾ, ਪੂਰਾ ਕਰ ਛੋੜਿਆ ਹੁਕਮ ਸਵਾਰਨਹਾਰ। ਪੂਰੇ ਪਰਮਾਤਮਾ ਨੇ, ਪੂਰੇ ਸਤਿਗੁਰੂ ਨੇ ਆਪਣੇ ਸੇਵਕ ਨੂੰ ਸੰਪੂਰਨਤਾ ਦੇਤੀ, ਪੂਰਾ ਕਰਤਾ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ, ਬਚਨੀ ਤੋਰ ਮੋਰ ਮਨ ਮਾਨੈ ਜਨ ਕਾ ਪੂਰਨ ਦੀਜੈ। ਪੂਰਨਤਾ ਆ ਗਈ। ਸਾਧ ਸੰਗਤ ਸਾਡੇ ਵਿੱਚ ਕਮੀਆਂ ਨੇ, ਅਸੀਂ ਇਸ ਕਰਕੇ ਡੋਲ ਜਾਂਦੇ ਹਾਂ। ਜਿਵੇਂ ਨਾ ਘੜੇ ਦੇ ਵਿੱਚ ਪਾਣੀ ਘੱਟ ਹੋਵੇ, ਉਹ ਛਲਕਦਾ ਰਹਿੰਦਾ। ਘੜਾ ਪੂਰਾ ਭਰਿਆ ਹੋਵੇ ਪਾਣੀ ਦਾ, ਉਹ ਨਹੀਂ ਛਲਕਦਾ। ਕਹੋ ਕਬੀਰ ਸ਼ੂਸ਼ਾ ਘੱਟ ਬੋਲ, ਭਰਿਆ ਹੋਏ ਸੋ ਕਬੂ ਨਾ ਡੋਲੇ, ਕਦੀ ਨਹੀਂ ਡੋਲ। ਅਸੀਂ ਅਧੂਰੇ ਹਾਂ, ਅਸੀਂ ਊਣੇ ਹਾਂ, ਊਰੇ ਹਾਂ, ਇਸ ਕਰਕੇ ਅਸੀਂ ਡੋਲਦੇ ਹਾਂ। ਜਿੱਦੇ ਸਤਿਗੁਰੂ ਨੇ ਸਾਨੂੰ ਸੰਪੂਰਨਤਾ ਦੇਤੀ, ਫਿਰ ਆਰੇ ਹੇਠਾਂ ਬੈਠ ਕੇ ਵੀ ਉਹਦੇ ਪਿਆਰੇ ਨਹੀਂ ਡੋਲੇ, ਕਿਉਂਕਿ ਪੂਰੇ ਸੀ। ਚਰਖੜੀਆਂ ਤੇ ਚੜ੍ਹ ਕੇ ਵੀ ਉਹਦੇ ਪਿਆਰੇ ਨਹੀਂ ਡੋਲੇ, ਕਿਉਂਕਿ ਪੂਰਨਤਾ ਦਿੱਤੀ ਅਕਾਲ ਪੁਰਖ ਮਹਾਰਾਜ ਨੇ, ਗੁਰੂ ਮਹਾਰਾਜ ਨੇ। ਬੀਬੀਆਂ ਭੈਣਾਂ ਦੀਆਂ ਗੋਦੀਆਂ ਚੋਂ ਚੱਕ ਕੇ ਜਵਾਕਾਂ ਨੂੰ ਵਿਚਾਲੋਂ ਪਾੜਤਾ, ਨਹੀਂ ਡੋਲੀਆਂ, ਕਿਉਂਕਿ ਮਹਾਰਾਜ ਨੇ ਪੂਰਨਤਾ ਦਿੱਤੀ ਹੋਈ ਸੀ। ਹੁਣ ਪੂਰੇ ਅਕਾਲ ਪੁਰਖ ਨੇ ਆਪਣੇ ਸੇਵਕ ਨੂੰ ਪੂਰਾ ਕਰ ਛੋੜਿਆ, ਪੂਰਾ ਹੀ ਬਣਾ ਕੇ ਛੱਡਤਾ, ਪੂਰਨਤਾ ਦੇਤੀ। ਹੁਕਮ ਸਵਾਰਨਹਾਰ। ਹੁਣ ਉਹ ਵੀ ਅੱਗੇ ਆਪਣੇ ਹੁਕਮ ਦੇ ਨਾਲ ਲੋਕਾਂ ਨੂੰ ਸਵਾਰਨ ਵਾਲੇ ਬਣ ਗਏ, ਕਿਉਂਕਿ ਸਵਾਰਨਹਾਰ ਦੇ ਰਾਰੇ ਆ ਮੁਕਤ ਹੈ, ਬਹੁਵਚਨ ਹੈ। ਉਹ ਵੀ ਜਿਵੇਂ ਹੁਣ ਸੰਤ ਮਹਾਂਪੁਰਸ਼ ਨੇ, ਉਹ ਵੀ ਤਾਂ ਆਪਣੇ ਕਿੰਨੇ ਕਾਜ ਸਵਾਰਦੇ ਨੇ, ਕਿੰਨੇ ਕਾਜ ਸਵਾਰਦੇ ਨੇ। ਮੈਨੂੰ ਆਪ ਯਾਦ ਹੈ, ਆਹ ਮਹਾਂਪੁਰਖਾਂ ਕੋਲ ਜਾਂਦੇ ਹੁੰਦੇ ਸੀ, ਹਲੌਰਾਂ ਵਾਲਿਆਂ ਕੋਲੇ। ਉਹਨਾਂ ਨੇ ਫਲ ਜਾ ਪਾ ਦੇਣਾ, ਉਹਦੀ ਪਤਾ ਲੱਗਣਾ ਸਾਲ ਦੇ ਵਿੱਚ ਮੁੰਡਾ ਹੋ ਗਿਆ। ਕਿੰਨੇ ਪਰਿਵਾਰਾਂ ਨੂੰ ਤਾਂ ਮੈਂ ਜਾਣਦਾ, ਸੁੱਖ ਨਾਲ ਮੁੰਡੇ ਗੱਭਰੂ ਹੋ ਗਏ, ਹੁਣ ਸੰਥਿਆ ਲੈ ਰਹੇ ਨੇ, ਹੁਕਮ ਸਵਾਰਨ ਵਾਲੇ ਹੋ ਗਏ। ਮੇਰੇ ਕਿੰਨੇ ਕਾਰਜ ਇਹ ਥੜੀ ਵਾਲੇ ਮਹਾਂਪੁਰਖਾਂ ਨੇ, ਗਿਆਨੀ ਸੀਤਲ ਸਿੰਘ ਜੀ ਨੇ ਸਵਾਰੇ ਨੇ, ਕਿਉਂਕਿ ਪੂਰੇ ਕਰਤੇ ਪਰਮਾਤਮਾ ਨੇ। ਜਿਹੜਾ ਪੂਰਾ ਹੈ ਉਹ ਤਾਂ ਫਿਰ ਆਪਣੇ ਹੁਕਮ ਨਾਲ ਦੂਜਿਆਂ ਨੂੰ ਵੀ ਸਵਾਰ ਦਿੰਦਾ, ਉਹਨਾਂ ਦੇ ਕੰਮ ਵੀ ਸਵਾਰਦਾ। ਗੁਰ ਪ੍ਰਸਾਦੀ ਜਿਨ ਬੂਝਿਆ ਤਿਨ ਪਾਇਆ ਮੋਖ ਦਵਾਰ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ, ਪਰਮਾਤਮਾ ਦੇ ਭੇਦ ਨੂੰ ਬੁੱਝ ਲਿਆ, ਉਹਨਾਂ ਨੇ ਤਾਂ ਮੁਕਤੀ ਦਾ ਦੁਆਰਾ ਪ੍ਰਾਪਤ ਕਰ ਲਿਆ। ਸਾਧ ਸੰਗਤ ਜੀ, ਮੁਕਤੀ ਕੀ ਆ? ਗੁਰਬਾਣੀ ਕਹਿੰਦੀ ਆ, ਮਰਨ ਮੁਕਤ ਕਿਨ ਪਾਈ। ਮੁਕਤੀ ਪਹਿਲਾਂ ਤਾਂ ਇੱਥੇ ਹੈ, ਸਾਨੂੰ ਪਾਪਾਂ ਬਕਾਰਾਂ ਤੋਂ ਮੁਕਤੀ ਮਿਲ ਜੇ, ਦਵੈਸ਼ ਤੋਂ ਮੁਕਤੀ ਮਿਲ ਜੇ। ਹੁਣ ਦਵੈਸ਼ ਕੀ ਹੈ? ਇਹ ਮੇਰਾ ਹੈ, ਉਹ ਬਗਾਨਾ ਹੈ। ਮੈਂ ਦੇਖਿਆ ਮਾਵਾਂ ਨੂੰ, ਕੋਈ ਘਰੇ ਫਲ ਹੈ, ਕੋਈ ਫਰੂਟ ਹੈ, ਅੰਦਰ ਬੈਠ ਕੇ ਖਾ ਲਾ, ਉਹ ਬਾਹਰ ਤੇਰੇ ਚਾਚੇ ਦਾ ਮੁੰਡਾ ਫਿਰਦਾ, ਉਹਨੂੰ ਦੇਣਾ ਪਊਗਾ। ਚੂਰੀ ਕੁੱਟਣੀਆਂ, ਅੰਦਰ ਸਟੋਰ 'ਚ ਬਾੜ ਖਵਾਉਂਦੀਆਂ ਕਿ ਉਹ ਭੂਆ ਦਾ ਮੁੰਡਾ, ਭੂਆ ਆਈ ਹੋਈ ਆ, ਭੂਆ ਦੇ ਪੁੱਤ ਨੂੰ ਦੇਣੀ ਪਊਗੀ। ਇਹ ਹੈ ਦਵੈਸ਼। ਇਹ ਮੇਰਾ, ਉਹ ਬਗਾਨਾ, ਇਹ ਦਵੈਸ਼। ਮਾਂ ਨਾਲ ਫੋਨ ਤੇ ਹੋਰ ਗੱਲਾਂ ਹੁੰਦੀਆਂ ਨੇ, ਸੱਸ ਨਾਲ ਹੋਰ ਗੱਲਾਂ ਹੁੰਦੀਆਂ ਨੇ, ਇਹ ਦਵੈਸ਼। ਬਿੱਲੀ ਆਪਣੇ ਬਲੂੰਗੜੀਆਂ ਨੂੰ ਚੱਕਦੀ ਹੈ, ਉਸੇ ਮੂੰਹ ਨਾਲ ਜਿਹੜੇ ਮੂੰਹ ਨਾਲ ਚੂਹਾ ਖਾਂਦੀ ਹੈ। ਬਲੂੰਗੜਿਆਂ ਵਾਸਤੇ ਮੂੰਹ ਹੋਰ ਹੈ, ਚੂਹੇ ਵਾਸਤੇ ਹੋਰ ਹੈ। ਚੂਹਾ ਤਾਂ ਅਜੇ ਮੂੰਹ ਬਾਅਦ 'ਚ ਲੱਗਦਾ, ਪਹਿਲਾਂ ਉਹਨੂੰ ਭਰਿਆੜ ਕਰਕੇ ਰੱਖ ਦਿੰਦੀ ਆ। ਔਰ ਆਪਣੇ ਬਲੂੰਗੜਿਆਂ ਨੂੰ ਉਸੇ ਦੰਦਾਂ ਵਾਲੇ ਮੂੰਹਾਂ ਨਾਲ 7 ਕੋਠੇ ਟਪਾ ਦਿੰਦੀ ਹੈ।
ਉਹਨੂੰ ਇੱਕ ਜਰਾ ਕੁ ਵੀ ਨਹੀਂ ਲੱਗਣ ਦਿੰਦੀ। ਇਹ ਦਵੈਸ਼ ਹੈ। ਸਭ ਨਾਲ ਇੱਕੋ ਜਿਹਾ ਵਿਹਾਰ ਕਰਨਾ, ਸਮ ਦ੍ਰਿਸ਼ਟੀ ਸਮ ਵਰਤਾ ਹੋ ਜਾਣਾ, ਇਹ ਮਹਾਂਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ। ਇੱਕ ਵਾਰੀ ਇਹ ਬਾਬਾ ਜੀ ਨੇ ਵੀ ਕਥਾ 'ਚ ਸੁਣਾਈ ਹੈ ਗੱਲ ਕਈ ਵਾਰੀ ਵੀ ਉਹ ਕਹਿੰਦੇ ਮੈਂ TV ਔਨ ਕੀਤਾ, ਕਹਿੰਦੇ ਐਨੇ ਕੋਈ ਨਾ ਉਹ ਮੁਸਲਮਾਨ ਫਕੀਰ ਮੌਲਵੀ ਕੋਈ ਕਥਾ ਕਰ ਰਿਹਾ ਸੀ। ਉਹ ਕਥਾ ਕਰਦੇ ਕਿਸੇ ਨੇ ਪੁੱਛ ਲਿਆ ਵੀ ਇਹ ਬੀਬੀਆਂ ਨਾ ਬੈਂਕ ਲੁੱਟਦੀਆਂ ਨੇ, ਨਾ ਕਤਲ ਕਰਦੀਆਂ ਨੇ, ਨਾ ਚੋਰੀ ਕਰਦੀਆਂ ਨੇ, ਇਹ ਸੰਤ ਕਿਉਂ ਨਹੀਂ ਬਣਦੀਆਂ? ਇਹ ਸੰਤ ਇਕੱਲੇ ਬੰਦੇ ਹੀ ਕਿਉਂ ਬਣਦੇ ਨੇ? ਬੜੀ ਗਮਾ ਸੋਚਣ ਵਾਲੀ ਗੱਲ ਹੈ ਵੀ ਬੀਬੀਆਂ ਆਮ ਕਰਕੇ ਜ਼ਿਆਦਾਤਰ ਜ਼ੁਲਮ ਬੰਦੇ ਕਰਦੇ ਨੇ, ਮਾਰ ਧਾੜ ਕਤਲ ਡਕੈਂਤੀਆਂ, ਇਹ ਬੀਬੀਆਂ ਕੁਛ ਨਹੀਂ ਕਰਦੀਆਂ, ਪਰ ਸੰਤ ਬੰਦੇ ਬਣਦੇ ਨੇ। ਇਹ ਬੀਬੀਆਂ ਕਿਉਂ ਨਹੀਂ ਬਣਦੀਆਂ? ਸਵਾਲ ਕਰਨ ਵਾਲੇ ਨੇ ਸਵਾਲ ਕੀਤਾ ਤਾਂ ਉਸ ਅੱਲਾ ਦੇ ਪਿਆਰੇ ਨੇ ਜਵਾਬ ਦਿੱਤਾ, ਇਹ ਬੀਬੀਆਂ ਦੇ ਵਿੱਚ ਦਵੈਸ਼ ਹੁੰਦੀ ਆ, ਨਫ਼ਰਤ ਹੁੰਦੀ ਆ। ਇਹ ਜੇਠ ਨੂੰ ਆ ਫਲਾਣੀ ਕੌਲੀ ਕਿਉਂ ਆ ਗਈ? ਇਹ ਕੌਲੀ ਤਾਂ ਆਪਾਂ ਨੂੰ ਆਉਣੀ ਚਾਹੀਦੀ ਸੀ ਵੰਡ ਦੇ ਵਿੱਚ। ਇਹ ਮਾਂ ਨੂੰ ਜੇਠ ਕਿਉਂ ਨਹੀਂ ਸਾਂਭਦਾ? ਇਹ ਆਪਣੇ ਮੱਥੇ ਕਿਉਂ ਮਾਰਤੀ ਮਾਂ? ਸੱਸ ਮਾਂ ਚਾਹੇ ਜਿਹੜੀ ਆਪਦੀ ਮਾਂ ਹੈ ਉਹ ਚਾਹੇ 6 ਮਹੀਨੇ ਘਰ ਰਹਿ ਜੇ। ਦਵੈਸ਼। ਹੁਣ ਦੱਸਿਆ ਬੀਬੀਆਂ ਝਗੜੇ ਕਰਦੀਆਂ ਨੇ ਤੇ ਲੜਾਈ ਬੰਦਿਆਂ ਦੀ ਕਰਵਾਉਂਦੀਆਂ ਨੇ, ਡਾਂਗਾ ਸੋਟੇ ਫਿਰ ਬੰਦਿਆਂ ਦੇ ਚੱਲਦੇ ਨੇ, ਆਪ ਪਿੱਛੇ ਹੋ ਜਾਂਦੀਆਂ। ਉਹ ਦੱਸਿਆ ਕਰ ਇਸ ਕਰਕੇ ਸੰਤ ਨਹੀਂ ਬਣਦੀਆਂ। ਬਾਕੀ ਤਾਂ ਇਹਨਾਂ 'ਚ ਕੋਮਲਤਾ ਹੁੰਦੀ ਹੈ, ਨਰਮਾਈ ਹੁੰਦੀ ਹੈ, ਯਾਦ ਸ਼ਕਤੀ ਵੱਧ ਹੁੰਦੀ ਹੈ, ਸ਼ਰਧਾ ਵੱਧ ਹੁੰਦੀ ਹੈ, ਸਾਰਾ ਕੁਛ ਹੁੰਦਾ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਬੁੱਝ ਲਿਆ ਨਾ, ਉਹਨਾਂ ਨੂੰ ਤਾਂ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਗਿਆ। ਭਾਵ ਇੱਥੇ ਪਾਪਾਂ ਬਕਾਰਾਂ ਤੋਂ, ਦਵੈਸ਼ ਤੋਂ, ਹਉਮੈ ਤੋਂ ਇੱਥੇ ਮੁਕਤੀ ਮਿਲ ਜਾਂਦੀ ਆ, ਫਿਰ ਅੱਗੇ ਜਨਮ ਮਰਨ ਤੋਂ ਛੋਟ ਮਿਲ ਜਾਂਦੀ ਆ। ਪਰਮਾਤਮਾ ਜੀ ਕਿਸੇ ਨੂੰ ਡਿਊਟੀ ਲਾ ਕੇ ਤਾਂ ਭੇਜ ਦੇਣ, ਉਹ ਗੱਲ ਵੱਖਰੀ ਹੈ, ਪਰ ਜਿਵੇਂ ਨਾ ਜੇਲ੍ਹ ਦੇ ਵਿੱਚ ਸੁਪਰਡੈਂਟ ਜਾਂਦਾ ਤੇ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਨੇ, ਜੇਲ੍ਹ ਦੇ ਸੁਪਰਡੈਂਟ ਦਾ ਤੇ ਕੈਦੀਆਂ ਦਾ ਜੇਲ੍ਹ ਵਿੱਚ ਜਾਣਾ ਦੋਨਾਂ ਦਾ ਬਹੁਤ ਫਰਕ ਹੁੰਦਾ। ਸੁਪਰਡੈਂਟ ਸਿਰਫ ਡਿਊਟੀ ਕਰਨ ਜਾਂਦਾ, ਜਦੋਂ ਕਿ ਕੈਦੀ ਉੱਥੇ ਆਪਣੇ ਕਰਮਾਂ ਦਾ ਫਲ ਭੋਗਣ ਜਾਂਦੇ ਨੇ ਕਿ ਜੀ ਇਹਨੇ ਕਤਲ ਕੀਤਾ ਸੀ, ਇਹਨੇ ਚੋਰੀ ਕੀਤੀ ਸੀ, ਉਹਨਾਂ ਦਾ ਫਲ ਭੋਗਣ ਜਾਂਦੇ ਨੇ। ਫਿਰ ਇਹੋ ਜਿਹੇ ਜਿਨ੍ਹਾਂ ਨੇ ਬੁੱਝ ਲਿਆ ਗੁਰੂ ਦੀ ਕਿਰਪਾ ਨਾਲ, ਜੋ ਧਰਤੀ ਤੇ ਆਉਂਦੇ ਵੀ ਨੇ ਕਿਸੇ ਕਾਰਨ, ਤਾਂ ਉਹ ਸਿਰਫ ਆਪਣੀ ਡਿਊਟੀ ਭੁਗਤਾਉਣ ਆਉਂਦੇ ਨੇ। ਉਹਨਾਂ ਦੀ ਡਿਊਟੀ ਲਾ ਕੇ ਪਰਮਾਤਮਾ ਭੇਜਦਾ, ਅਸੀਂ ਆਪਣੇ ਕਰਮਾਂ ਦਾ ਫਲ ਭੋਗਣ ਆਉਂਦੇ ਹਾਂ। ਇਸ ਕਰਕੇ ਅਸੀਂ ਸਾਡੇ ਤੇ ਕਦੀ ਦੁੱਖ ਆਉਂਦਾ, ਕਦੀ ਸੁੱਖ ਆਉਂਦਾ, ਕਦੀ ਅਸੀਂ ਖੁਸ਼ ਹੁੰਦੇ ਹਾਂ, ਠਹਾਕੇ ਮਾਰ ਮਾਰ ਹੱਸਦੇ ਹਾਂ, ਫਿਰ ਕਦੇ ਘੁਸੁੰਨ ਦੇ ਕੇ ਅੱਖਾਂ 'ਚ ਅਸੀਂ ਰੋਂਦੇ ਹਾਂ, ਕਿਉਂਕਿ ਅਸੀਂ ਆਪਦੇ ਕਰਮਾਂ ਦਾ ਫਲ ਭੋਗਣ ਵਾਸਤੇ ਆਏ ਹਾਂ। ਪਰ ਜੇ ਬੁੱਝ ਲਿਆ ਕਿਤੇ ਗੁਰੂ ਦੀ ਕਿਰਪਾ ਨਾਲ, ਫਿਰ ਸਾਧ ਸੰਗਤ ਜੀ ਸਾਨੂੰ ਇਹ ਕੁਛ ਨਹੀਂ ਕਰਨਾ ਪਊਗਾ। ਮਨਮੁਖ ਹੁਕਮ ਨਾ ਜਾਣਨੀ ਤੈਨੂੰ ਮਾਰੇ ਜਮ ਜਨਤਾਰ। ਮਨਮੁਖ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ, ਜਿਹੜੇ ਆਪਣੇ ਮਨ ਦੀ ਗੱਲ ਮੰਨਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਮੁਖੀ ਮਨ ਨੂੰ ਬਣਾਇਆ ਹੋਇਆ, ਕਹਿੰਦੇ ਉਹ ਪਰਮਾਤਮਾ ਦੇ ਹੁਕਮ ਨੂੰ ਜਾਣਦੇ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ ਹੁੰਦਾ। ਸਾਧ ਸੰਗਤ ਜੀ ਹੁਕਮ ਦੀ ਸੋਝੀ ਹੁੰਦੀ ਆ ਸਾਧ ਸੰਗਤ 'ਚੋਂ, ਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਦੇ ਵਿੱਚੋਂ ਆਪਾਂ ਰੋਜ਼ ਸੁਣਦੇ, ਆਪਾਂ ਨੂੰ ਰੋਜ਼, ਚਲੋ ਪੂਰਾ ਨਹੀਂ, ਆਪਾਂ ਨੂੰ ਥੋੜ੍ਹੀ ਬਹੁਤੀ ਘੱਟੋ ਘੱਟ ਅੱਖਰੀ ਗਿਆਨਤਾ ਹੋ ਗਿਆ ਆਪਾਂ ਨੂੰ। ਅਜੇ ਉਹਦੇ ਹੁਕਮ ਦ੍ਰਿੜ ਨਹੀਂ ਹੋਇਆ, ਸਾਨੂੰ ਘੱਟੋ ਘੱਟ ਅੱਖਰੀ ਗਿਆਨਤਾ ਹੋ ਗਿਆ ਨਾ। ਅੱਖਰੀ ਗਿਆਨ ਵੀ ਕਈ ਵਾਰੀ ਸਾਡਾ ਫਾਇਦਾ ਕਰ ਦਿੰਦਾ। ਜਦੋਂ ਕਿਸੇ ਨਾ ਅਸੀਂ ਦੁੱਖ ਦੇ ਭੰਬਰ ਦੇ ਵਿੱਚ ਘੁੰਮ ਰਹੇ ਹੁੰਦੇ ਹਾਂ ਫਸੇ, ਅੱਖਰੀ ਗਿਆਨ ਕਈ ਵਾਰੀ ਨਾ ਸਾਨੂੰ ਡੁੱਬਣ ਤੋਂ ਬਚਾ ਦਿੰਦਾ। ਜੇ ਤਾਂ ਦ੍ਰਿੜ ਹੋ ਜੇ ਫਿਰ ਤਾਂ ਕੁਛ ਵਿਗੜਦਾ ਹੀ ਨਹੀਂ। ਕਈ ਵਾਰੀ ਅਸੀਂ ਦੁੱਖ 'ਚ ਘੁੰਮਦੇ ਤਾਂ ਰਹਿੰਦੇ ਹਾਂ, ਪਰ ਜਿਹੜਾ ਅੱਖਰੀ ਗਿਆਨ, ਲਓ ਜੀ ਬਾਬਾ ਜੀ ਨੇ ਨਾ ਫਲਾਣੇ ਦਿਨ ਕਥਾ 'ਚ ਆਹ ਗੱਲ ਦੱਸੀ ਸੀ, ਬਾਬਾ ਜੀ ਨੇ ਆਹ ਦੱਸੀ ਸੀ, ਉਹ ਜਿਹੜਾ ਅੱਖਰੀ ਗਿਆਨ ਹੈ ਕਈ ਵਾਰੀ ਉਹ ਭਾਂਵਰ ਦੇ ਵਿੱਚ ਸਾਨੂੰ ਡੁੱਬਣ ਨਹੀਂ ਦਿੰਦਾ, ਦੁੱਖ ਦੇ ਵਿੱਚ ਭਿੱਜਣ ਨਹੀਂ ਦਿੰਦਾ। ਹੁਣ ਪਰ ਜਿਹੜੇ ਮਨਮੁਖ ਨੇ ਉਹ ਸਤਸੰਗਤ ਨਹੀਂ ਕਰਦੇ, ਉਹ ਤਾਂ ਸਾਡੇ ਵਰਗਿਆਂ ਨੂੰ ਕਾਮਲੇ ਕਹਿੰਦੇ ਨੇ, ਕਹਿੰਦੇ ਉਹ ਹੁਕਮ ਨੂੰ ਜਾਣਦੇ ਨਹੀਂ। ਇਸ ਕਰਕੇ ਤਿਨ ਮਾਰੇ ਜਮ ਜਨਦਾਰ। ਜਮ ਜਨਦਾਰ ਮਨੇ ਅਵੈੜਾ, ਜਮ ਜ਼ਾਲਮ ਜਮ, ਫਿਰ ਕਹਿੰਦੇ ਉਹਨਾਂ ਨੂੰ ਕੁੱਟਦਾ। ਉਹ ਤਾਂ ਪਹਿਲੇ ਜਮ ਨਾ ਡਾਂਗ ਨੂੰ ਤੇਲ ਲਾ ਕੇ ਰੱਖਦਾ ਕਿ ਫਲਾਣੇ ਮਨਮੁਖ ਨੇ ਆਉਣਾ। ਉਹ ਤਾਂ ਪਹਿਲਾਂ ਹੀ ਆਪਣੀਆਂ ਘਲਾੜੀਆਂ ਨੂੰ ਤੇਲ ਦੇ ਲੈਂਦਾ ਵੀ ਹਾਂ ਇਹ ਘਲਾੜੀ ਵਿੱਚ ਦੀ ਪੀੜਨਾ, ਆਹ ਕਰਨਾ, ਫਲਾਣਾ ਕਰ। ਉਹ ਤਾਂ ਆਪਣੇ ਪੂਰੇ ਜਿਹੜੇ ਅਸਤਰ ਸ਼ਸਤਰ ਤਿਆਰ ਕਰਕੇ ਰੱਖ ਲੈਂਦਾ। ਸਾਧ ਸੰਗਤ ਜੀ ਜਿਵੇਂ ਇੱਥੇ ਅਸੀਂ ਆਹ ਸਰਕਾਰ ਦਾ ਹੁਕਮ ਨਹੀਂ ਮੰਨਦੇ ਕਿ ਜੀ ਆਹ ਮਾਸਕ ਲਾ ਕੇ
बाहर निकलना जी, आ करफ्यू लग जाना, असी हुक तो फिर सानू डंडी पैणगे, सानू डंडी पैणगे ना। जदों असी सच्ची सरकार अकाल पुरख परमात्मा का हुक्म नहीं मानते, फिर सानू जमदाना जिहे जमा नहीं कुटना ना। हुक्म कानून तोड़न वाले ते हमेशा जुत्तियां पैंदियां ने, चाहे ये धरती का कानून होवे, चाहे सचखंड का कानून होवे। जिहड़ा कोई कानून तोड़दा है, लक्ष्मण रेखा नूं लंघदा है, तो उसनूं फिर सज़ा भोगणी पैंदी आ। गरीब नवायक ने उन्होंने जंदार फिर कुटदा पूरा, वो बहुत ज़्यादा सज़ा दिंदा है। गुरमुख जिनी आराध्या तिनी तरिया भौजल संसार। जिन्हां गुरमुखां ने गुरु दी राही परमात्मा नूं याद कीता। एक तां हुंदा साध संगत जी जपना, जिवें मैं वाहिगुरू वाहिगुरू कर रहा तो मन मेरा सैरां करदा फिरदा देसां विदेसां दियां। इहनूं ध्याउणा नहीं कहंदे, इहनूं जपना कहंदे ने। ध्याउणा तां ओह हुंदा जदों साडा मन, तीन चीज़ां हुंदियां ने, एक हुंदा ध्याता जिहदे विच असीं ध्यान धरना, सॉरी ध्याता जिहड़ा ध्यान धरदा, एक हुंदा ध्ये, एक हुंदा ध्यान ध्ये ओह जिहदे विच असीं ध्यान धरना। ध्याता ध्यान धरन वाला ते ओहदा जरिया ध्यान। जदों ध्याता ध्ये ते ध्यान एक हो जांदे ने ना, ਉਹਨੂੰ ਕਹਿੰਦੇ ਨੇ ਵੀ ਹਾਂ ਇਹਦੀ ਲਿਵ ਲੱਗ ਗਈ, ਇਹਦੀ ਸੁਰਤ ਟਿਕ ਗਈ। ਜਿਵੇਂ ਅਸੀਂ ਫੋਟੋ ਖਿੱਚਦੇ ਹਾਂ ਕੈਮਰੇ ਦੇ ਨਾਲ, ਜਦੋਂ ਸਾਡੀ ਅੱਖ ਅਤੇ ਜਿਹਦੀ ਅਸੀਂ ਫੋਟੋ ਖਿੱਚਣੀ ਆ ਉਹ ਤੇ ਕੈਮਰੇ ਦਾ ਲੈਂਸ, ਜਦੋਂ ਤਿੰਨੇ ਚੀਜ਼ਾਂ ਇੱਕ ਸਿਰ 'ਚ ਹੋ ਜਾਂਦੀਆਂ ਨੇ ਨਾ, ਫਿਰ ਉਦੋਂ ਫੋਟੋ ਕਲੀਅਰ ਆਉਂਦੀ ਆ। ਬੰਦੂਕ ਦਾ ਨਿਸ਼ਾਨਾ ਲਾਉਣ ਵਾਲੇ ਜਾਣਦੇ ਨੇ, ਬੰਦੇ ਦੀ ਅੱਖ ਤੇ ਬੰਦੂਕ ਦੀ ਨਾਲੀ ਦੇ ਉੱਪਰ ਲੱਗਿਆ ਹੋਇਆ ਉਹ ਦਾਣਾ ਜਾਂ ਉਹ ਤੇ ਜਿਹਦੇ ਵਿੱਚ ਨਿਸ਼ਾਨਾ ਲਾਉਣਾ, ਜਦੋਂ ਇੱਕ ਸਿਰ 'ਚ ਹੁੰਦੇ ਨੇ ਫਿਰ ਨਿਸ਼ਾਨਾ ਠੀਕ ਲੱਗਦਾ। ਇਸੇ ਤਰ੍ਹਾਂ ਧਿਆਨ ਧਰਨ ਵਾਲਾ ਜਿਹਦੇ ਵਿੱਚ ਧਿਆਨ ਧਰਨਾ ਉਹ ਤੇ ਧਿਆਨ ਜਦੋਂ ਬਿਲਕੁਲ ਇੱਕ ਸੁਰ ਹੋ ਜਾਂਦੇ ਨੇ ਫਿਰ ਸਾਡੀ ਲਿਵ ਲੱਗਦੀ ਆ। ਗਰੀਬ ਨਵਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਉਸ ਪਰਮਾਤਮਾ ਨੂੰ ਆਰਾਧਿਆ, ਉਹਨਾਂ ਨੇ ਤਾਂ ਇਹ ਸੰਸਾਰ ਭਵਜਲ ਨੂੰ ਤਰ ਲਿਆ। ਉਹਨਾਂ ਤੇ ਪਾਪ ਵਕਾਰ ਕੋਈ ਅਸਰ ਹੀ ਨਹੀਂ ਕਰਦੇ। ਸਾਧ ਸੰਗਤ ਜੀ ਉਹਨਾਂ ਦਾ ਨੋਟਾਂ ਦਾ ਭਰਿਆ ਹੋਇਆ ਟੈਚੀ ਵੀ ਲੱਭ ਜੇ ਨਾ 2-2 ਹਜ਼ਾਰ ਦੇ ਨੋਟਾਂ ਦਾ, ਉਹ ਉਹਦੇ ਵੱਲ ਝਾਕਦੇ ਵੀ ਨਹੀਂ। ਕੋਈ ਕਿੰਨੇ ਸੁੰਦਰ ਰੂਪ ਆ ਜੇ ਉਹਨਾਂ ਨੂੰ ਡਲਾ ਨਹੀਂ ਸਕਦਾ। ਹੋਰ ਕੋਈ ਹੀਰੇ ਮੋਤੀ ਲੱਭ ਜਾਣ ਉਹ ਹੱਥ ਵੀ ਨਹੀਂ ਲਾਉਂਦੇ, ਉਹ ਨਹੀਂ ਹੱਥ ਲਾਉਂਦੇ ਕਿਉਂਕਿ ਡਲਾ ਹੀ ਨਹੀਂ ਸਕਦੇ। ਲੰਘ ਕੇ ਉੱਪਰ ਉਹ ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਉਹਨਾਂ ਨੇ ਸਾਰੇ ਔਗਣ, ਜਿੰਨੇ ਵੀ ਔਗਣ ਨੇ ਆਪਣੇ ਮਨ ਦੇ ਵਿੱਚ, ਸਰੀਰ ਦੇ ਵਿੱਚ, ਗੁਣੀ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਰੇ ਔਗਣਾਂ ਨੂੰ ਮਿਟਾ ਲਿਆ, ਸਾਰੇ ਔਗਣਾਂ ਨੂੰ ਖਤਮ ਕਰਤਾ ਪਰਮਾਤਮਾ ਦੇ ਗੁਣਾਂ ਨਾਲ ਉਹਨਾਂ ਨੇ। ਕਿਉਂਕਿ ਗੁਰ ਆਪੇ ਬਖਸ਼ਣਹਾਰ, ਗੁਰੂ ਆਪੇ ਇਹ ਬਖਸ਼ਿਸ਼ਾਂ ਕਰਨ ਵਾਲਾ ਹੈ। ਸਾਧ ਸੰਗਤ ਜੀ ਜਿਵੇਂ ਆਪਾਂ ਆਪਣੇ ਨਿਆਣਿਆਂ ਦਾ ਆਪਾਂ ਧਿਆਨ ਰੱਖਦੇ ਹਾਂ ਨਾ ਕਿ ਜੀ ਹੁਣ ਇਹਨੂੰ ਸਵਾਟਰ ਦੀ ਲੋੜ ਹੈ, ਹੁਣ ਇਹਨੇ ਕਾਲਜ ਜਾਣਾ, ਇਹਦੀ ਉਹ ਸਵਾਟਰ ਪੁਰਾਣੀ ਹੋ ਗਈ ਨਹੀਂ ਚੰਗੀ ਲੱਗਦੀ, ਹੁਣ ਇਹਨੂੰ ਮੋਟਰਸਾਈਕਲ ਦੀ ਲੋੜ ਹੈ, ਹੁਣ ਇਹਦਾ ਮੋਬਾਈਲ ਪੁਰਾਣਾ ਹੋ ਗਿਆ ਇਹਨੂੰ ਮੋਬਾਈਲ ਨਵਾਂ ਲੈ ਕੇ ਦੇਣਾ, ਆਪਾਂ ਰੱਖਦੇ ਨਾ ਆਪਣੇ ਨਿਆਣਿਆਂ ਦਾ ਧਿਆਨ। ਫਿਰ ਗੁਰੂ ਵੀ ਆਪਣੇ ਸਿੱਖਾਂ ਦਾ ਆਪ ਧਿਆਨ ਰੱਖਦਾ ਖੁਦ। ਹੁਣ ਮੇਰੇ ਸਿੱਖ ਨੂੰ ਨਾ ਆਹ ਲੋੜ ਹੈ, ਹੁਣ ਮੇਰੇ ਸਿੱਖ ਤੇ ਇਹ ਜਿਹੜਾ ਹੈ ਰੁਝੇਵੇਂ ਜ਼ਿਆਦੇ ਵੱਧ ਗਏ, ਉਹ ਫਿਰ ਸਤਿਗੁਰੂ ਆਪ ਆ ਕੇ ਖੜਦਾ, ਉਹ ਆਪ ਹੀ ਬਖਸ਼ਣਹਾਰ ਹੈ। ਸਾਧ ਸੰਗਤ ਤਾਂ ਬਿਨ ਬੋਲਿਆਂ ਸਭ ਕੁਛ ਜਾਣਦਾ, ਉਹਦੇ ਅੱਗੇ ਬੋਲਣ ਦੀ ਲੋੜ ਨਹੀਂ ਹੈਗੀ। ਕਹਿ ਕੇ ਕੰਮ ਕਰਵਾਇਆ ਤਾਂ ਬੜਾ ਕਰਵਾਇਆ, ਉਹ ਤਾਂ ਆਪ ਹੀ ਕਰਦਾ। ਉਹ ਤਾਂ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੇ, ਉਹ ਢੀਚਕ ਢੀਚਕ ਕਰਕੇ ਨਹੀਂ ਜਾਂਦਾ ਹੈਗਾ, ਉਹ ਤਾਂ ਉੱਥੇ ਦੌੜ ਦੌੜ ਕੇ ਜਾਂਦਾ। ਸਾਧ ਸੰਗਤ ਜੀ ਜਿਵੇਂ ਸਾਨੂੰ ਸਾਡੇ ਬੱਚਿਆਂ ਦੇ ਕੰਮ ਸਵਾਰ ਕੇ ਖੁਸ਼ੀ ਹੁੰਦੀ ਆ ਨਾ, ਉਹਨੂੰ ਤਾਂ ਆਪਣੇ ਸਿੱਖਾਂ ਦੇ ਕੰਮ ਸਵਾਰ ਕੇ ਖੁਸ਼ੀ ਹੁੰਦੀ ਆ। ਉਹ ਤਾਂ ਖੁਸ਼ੀ ਮਨਾਉਂਦਾ ਆਪਣੇ ਸਿੱਖਾਂ ਦੇ, ਆਪਣੇ ਬੱਚਿਆਂ ਦੇ ਕੰਮ ਸਵਾਰ ਕੇ। ਪਰ ਹਾਂ ਆਪਣੇ ਸੁਪੁੱਤਰ, ਕੋਈ ਆਪਣਾ ਬੱਚਾ ਚੰਗਾ ਹੋਵੇ ਉਹਦਾ ਕੰਮ ਕਰਕੇ ਆਪਾਂ ਨੂੰ ਖੁਸ਼ੀ ਮਿਲਦੀ ਹੈ। ਜੇ ਕੋਈ ਬੱਚਾ ਆਪਣਾ ਦੂਜੀ ਤਰ੍ਹਾਂ ਦਾ ਹੋਵੇ ਕੰਮ, ਤਾਂ ਕਈ ਵਾਰੀ ਆਪਾਂ ਉਹਦਾ ਵੀ ਕਰ ਦਿੰਦੇ ਹਾਂ, ਪਰ ਜਣੀ ਨਾ ਉਹਨੂੰ ਕਹਿੰਦੇ ਯਾਰ ਤੇਰਾ ਕੰਮ ਤਾਂ ਕਰਤਾ ਨਾ ਪਰ ਸਵਾਦ ਨਹੀਂ ਆਇਆ ਤੇਰਾ ਕੰਮ ਕਰਕੇ, ਕੰਮ ਤਾਂ ਆਪਾਂ ਉਹਦਾ ਵੀ ਕਰ ਦਿੰਦੇ ਕਈ ਵਾਰੀ। ਗਰੀਬ ਨਵਾਜ ਅੱਗੇ ਪੌੜੀ ਦੇ ਰਾਹੀਂ ਫਰਮਾਉਂਦੇ ਨੇ ਚੌਥੇ ਪਾਤਸ਼ਾਹ, ਹਰ ਕੀ ਭਗਤਾਂ ਹਰ ਪ੍ਰਤੀ, ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਛ ਜਾਣਦਾ, ਹਰ ਜੇਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ, ਕਾੜਾ ਅੰਦੇਸ਼ਾ ਕਿਉਂ ਕੀਜੈ।
ਜਾਂ ਨਾਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ। ਸਾ ਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਹਰ ਕੀ ਭਗਤਾਂ ਪ੍ਰਤੀਤ। ਹਰੀ ਦੇ ਭਗਤ ਪ੍ਰਤੀਤ ਵਿਸ਼ਵਾਸ ਨੂੰ ਕਹਿੰਦੇ ਨੇ, ਭਰੋਸੇ ਨੂੰ। ਹਰੀ ਦੇ ਭਗਤਾਂ ਨੂੰ ਹਰੀ ਦੇ ਉੱਤੇ ਵਿਸ਼ਵਾਸ ਹੁੰਦਾ, ਭਰੋਸਾ ਹੁੰਦਾ। ਸਾਧ ਸੰਗਤ ਜੀ, ਮੈਂ ਬੱਚਾ ਹੁੰਦਾ ਨਾ ਛੋਟਾ 3-4 ਸਾਲ ਦਾ, ਉਹ ਬੈੱਡ ਤੇ ਖੜਾ ਹੋਵੇ ਜਾਂ ਕਿਸੇ ਉੱਚੀ ਥਾਂ ਤੇ ਰਸੋਈ ਦੀ ਸੈਲਫ ਤੇ ਖੜਾ ਹੋਵੇ, ਉਹਨੂੰ ਪਤਾ ਕਿ ਮੇਰੀ ਮਾਂ ਆ ਗਈ, ਮੇਰਾ ਪਾਪਾ ਆ ਗਿਆ, ਉਹ ਨਾ ਕਈ ਵਾਰੀ ਬਿਨਾਂ ਸੋਚੇ ਸਮਝੇ ਛਾਲੇ ਮਾਰ ਦਿੰਦਾ ਉਹ ਤੋਂ। ਕਿਉਂ? ਉਹਨੂੰ ਭਰੋਸਾ ਕਿ ਮੇਰੀ ਮਾਂ ਮੇਰਾ ਪਿਓ ਮੈਨੂੰ ਬਚਾ ਲੈਣਗੇ, ਚੱਕ ਲੈਣਗੇ ਗੋਦੀ, ਮੈਨੂੰ ਡਿੱਗਣ ਨਹੀਂ ਦੇਣਗੇ। ਬਾਬਾ ਬਿਧੀ ਚੰਦ ਨੂੰ ਵਿਸ਼ਵਾਸ ਸੀ, ਇਸ ਕਰਕੇ ਮਚਦੇ ਹੋਏ ਭੱਠ ਦੇ ਵਿੱਚ ਛਾਲ ਮਾਰਤੀ ਦਸ਼ਾਲੇ ਲੈ ਕੇ। ਵਿਸ਼ਵਾਸ ਸੀ। ਫਿਰ ਸਾਧ ਸੰਗਤ ਦੇਖੋ ਆਂਚ ਆਉਣ ਦਿੱਤੀ। ਅੱਜ ਵੀ ਆਪਾਂ ਪੱਟੀ ਦੇ ਵਿੱਚ ਜਾਈਏ ਨਾ, ਉੱਥੇ ਗੁਰਦੁਆਰਾ ਭੱਠ ਸਾਹਿਬ ਹੈਗਾ। ਵੈਸੇ ਮੈਂ ਤਾਂ ਦਰਸ਼ਨ ਕੀਤੇ ਨਹੀਂ, ਮੈਂ ਸੁਣਿਆ। ਅੱਜ ਵੀ ਗੁਰਦੁਆਰਾ ਭੱਠ ਸਾਹਿਬ ਹੈ। ਉਹ ਭੱਠੀ ਵਿੱਚ ਦੇਖੋ ਕਿੰਨੇ ਘੰਟੇ ਬੈਠਾ ਰਿਹਾ ਬਾਬਾ ਬਿਧੀ ਚੰਦ ਸ਼ੀਨਾ। ਗੁਰੂ ਨੇ ਸੇਕ ਨਹੀਂ ਲੱਗਣ ਦਿੱਤਾ, ਕਿਉਂਕਿ ਗੁਰੂ ਤੇ ਵਿਸ਼ਵਾਸ ਸੀ। ਜਿੰਨੀ ਦੇਰ ਗੁਰੂ ਤੇ ਵਿਸ਼ਵਾਸ ਹੈ, ਗੁਰੂ ਆਪਣੇ ਸਿੱਖ ਦੀ ਪਿੱਠ ਨਹੀਂ ਲੱਗਣ ਦਿੰਦਾ। ਸਾਧ ਸੰਗਤ ਜੀਓ, ਇਹ ਪੱਕੀ ਗੱਲ ਹੈ। ਪਰ ਮਾਰ ਅਸੀਂ ਉੱਥੇ ਖਾ ਜਾਂਦੇ ਹਾਂ ਜਿੱਥੇ ਸਿੱਖ ਦਾ ਵਿਸ਼ਵਾਸ ਡੋਲ ਜਾਂਦਾ। ਮਹਾਰਾਜ ਕਹਿੰਦੇ ਹਰੀ ਦਾ ਭਰੋਸਾ ਹੈ ਉਹਦੇ ਭਗਤਾਂ ਨੂੰ। ਕੀ ਭਰੋਸਾ ਹੈ? ਕਿ ਹਰੀ ਸਾਰਾ ਕੁਝ ਜਾਣਦਾ, ਸਾਡਾ ਦੁੱਖ ਵੀ, ਸਾਡਾ ਸੁੱਖ ਵੀ, ਸਾਡੀਆਂ ਲੋੜਾਂ ਵੀ, ਸਾਡੀਆਂ ਥੋੜਾਂ ਵੀ। ਪਰਮਾਤਮਾ ਨੂੰ ਸਾਰਾ ਕੁਝ ਪਤਾ। ਇਸ ਕਰਕੇ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਕਿਸੇ ਅੱਗੇ ਹੱਥ ਅੱਡਣ ਦੀ। ਆਪਾਂ ਤਾਂ ਧਿਰ ਦੇ ਅੱਗੇ ਹਾੜੇ ਕੱਢਦੇ ਹਾਂ, ਵੀਰ ਜੀ ਮੇਰਾ ਕੰਮ ਕਰ ਦਿਓ, ਸਰ ਜੀ ਮੇਰਾ ਕੰਮ ਕਰ ਦਿਓ, ਤੁਸੀਂ ਮੇਰੇ ਮਾਈ ਬਾਪ ਹੋ, ਸਰਦਾਰ ਜੀ ਤੁਸੀਂ ਸਰਕਾਰ ਹੋ ਜੀ, ਫਲਾਣਾ। ਆਪਾਂ ਤਾਂ ਧਿਰ ਦੇ ਹਾੜੇ ਕੱਢਦੇ ਹਾਂ। ਉਹਨਾਂ ਨੂੰ ਲੋੜ ਹੀ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਰਮਾਤਮਾ ਤੇ ਭਰੋਸਾ ਹੁੰਦਾ ਕਿ ਉਹਨੂੰ ਸਾਰਾ ਕੁਝ ਪਤਾ। ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਕਹਿੰਦੇ ਹਰੀ ਜੱਡਾ ਕੋਈ ਜਾਣਕਾਰ ਹੈ ਹੀ ਨਹੀਂ। ਸਾਧ ਸੰਗਤ ਜੀ, ਅਸੀਂ ਤਾਂ ਬੰਦੇ ਤੋਂ ਬੰਦਾ ਬਹੁਤ ਕੁਛ ਲੁਕੋ ਲੈਂਦਾ। ਘਰ ਵਾਲੇ ਤੋਂ ਬਹੁਤ ਕੁਛ ਲੁਕਾਉਂਦੀ ਆ, ਘਰ ਵਾਲਾ ਘਰ ਵਾਲੀ ਤੋਂ ਬਹੁਤ ਕੁਛ ਲੁਕਾਉਂਦਾ, ਬੱਚੇ ਮਾਂ-ਬਾਪ ਤੋਂ ਬਹੁਤ ਕੁਛ ਲੁਕਾਉਂਦੇ ਨੇ। ਉਹ ਤਾਂ ਜਦੋਂ ਪਟਾਕਾ ਪੈਂਦਾ ਨਾ, ਵੱਡਾ ਪਰਮਾਣੂ ਬੰਬੇ ਫੁੱਟਦਾ, ਉਹਦੀ ਪਤਾ ਲੱਗਦਾ ਕਿ ਸਾਡੇ ਬੱਚੇ ਅੱਛਾ ਇਹੋ ਜਿਹੇ ਨੇ, ਇਹੋ ਜਿਹੇ ਬੱਚੇ ਨੇ। ਆਹ ਹੁਣ ਪਿੱਛੇ 10 ਦਿਨਾਂ ਦੀ ਗੱਲ ਹੈ, ਕੋਈ ਪਰਿਵਾਰ ਅੰਮ੍ਰਿਤਧਾਰੀ ਹੈ, ਬੱਚਾ ਵੀ ਬੜਾ 25-26 ਸਾਲ ਦਾ ਮੁੰਡਾ ਹੋਊਗਾ ਉਹਨਾਂ ਦਾ, ਉਹ ਵੀ ਬੜਾ ਸਾਊ ਮੰਨਿਆ ਜਾਂਦਾ ਪਿੰਡ 'ਚ, ਆ ਕਤਲ ਕੇਸ 'ਚ ਫਸ ਗਿਆ। ਮਾਂ ਬਾਪ ਮੂੰਹ 'ਚ ਉਂਗਲਾਂ ਪਾਉਂਦੇ ਨੇ, ਪਿੰਡ ਮੂੰਹ 'ਚ ਉਂਗਲਾਂ ਪਾਉਂਦਾ ਹੈ, ਆਹ ਮੁੰਡੇ ਨੇ ਕਤਲ ਕੀਤਾ, ਆਪਣੀ ਭੈਣ ਦਾ ਨਣਦੋਈਆ ਮਾਰਤਾ, ਮੂੰਹ 'ਚ ਉਂਗਲਾਂ ਪਾਉਂਦਾ ਹੈ, ਆਹ ਗੱਲ ਰਿਸ਼ਤੇਦਾਰ ਵੀ ਆਹ ਬੰਦੇ ਨੇ ਮੁੰਡਾ ਮਾਰਤਾ, ਬੰਦਾ ਮਾਰਤਾ। ਬਹੁਤ ਕੁਛ ਲੁਕੋ ਲੈਂਦਾ ਮਨੁੱਖ ਆਪਣੇ ਮਾਂ ਬਾਪ ਤੋਂ, ਆਪਣੇ ਪਤੀ ਪਤਨੀ ਤੋਂ, ਆਪਣੇ ਸਮਾਜ ਤੋਂ, ਪਰ ਪਰਮਾਤਮਾ ਤੋਂ ਨਹੀਂ ਲੁਕੋ ਸਕਦਾ, ਕਿਉਂਕਿ ਉਹਦੇ ਜੱਡਾ ਕੋਈ ਜਾਣਕਾਰ ਹੈ ਹੀ ਨਹੀਂ। ਜਿਹੜਾ ਅੱਜ ਤੋਂ 10 ਸਾਲਾਂ ਨੂੰ ਮੇਰੇ ਮਨ 'ਚ ਫੁਰਨਾ ਆਉਣਾ ਨਾ, ਉਹਨੂੰ ਅੱਜ ਪਤਾ। ਜਿਹੜਾ ਅਗਲੇ ਜਨਮਾਂ 'ਚ ਮੇਰੇ ਮਨ 'ਚ ਆਉਣੀ ਹੈ ਤਾਂ ਉਹਨੂੰ ਪਰਮਾਤਮਾ ਨੂੰ ਅੱਜ ਪਤਾ ਹੈ। ਹਰੀ ਜੱਡਾ ਕੋਈ ਜਾਣਕਾਰ ਨਹੀਂ, ਹਰ ਧਰਮ ਵਿਚਾਰਦਾ। ਉਹ ਹਮੇਸ਼ਾ ਧਰਮ ਦੇ ਅਨੁਸਾਰ ਨਿਆਂ ਕਰਦਾ ਹੈ। ਉਹ ਧਰਮ ਤੋਂ ਬਾਹਰ ਜਾ ਕੇ, ਭਾਵ ਕਿਸੇ ਕਾਨੂੰਨ ਦੇ ਮੁਤਾਬਕ, ਕਿਸੇ ਨਿਯਮ ਦੇ ਮੁਤਾਬਕ, ਉਹਦਾ ਇਹ ਨਹੀਂ ਕਿ ਇਹ ਕਾਨੂੰਨ ਇਹਨਾਂ ਲਈ ਹੋਰ ਹੈ ਤੇ ਇਹਨਾਂ ਲਈ ਹੋਰ ਹੈ, ਇਹ ਨਹੀਂ। ਬਗਾਨਿਆਂ ਲਈ ਕਾਨੂੰਨ ਹੋਰ ਹੈ, ਸਾਡਿਆਂ ਲਈ ਕਾਨੂੰਨ ਹੋਰ ਹੈ। ਸਾਡੇ ਲਈ ਮਾਸਕ ਪਾਉਣਾ ਕਾਨੂੰਨ ਹੈ, ਪਰ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਉਹ ਕੋਵਿਡ ਸੈਂਟਰ ਦੇ ਵਿੱਚ ਬਿਨਾਂ ਮਾਸਕ ਤੋਂ ਘੁੰਮ ਰਿਹਾ। ਪ੍ਰਧਾਨ ਮੰਤਰੀ ਬੜੇ ਉਹਨਾਂ ਦੇ ਵਿੱਚ ਉਹ ਬਿਨਾਂ ਮਾਸਕ ਤੋਂ ਖੜੇ ਭਾਸ਼ਣ ਦੇ ਰਹੇ। ਇਹ ਸੰਸਾਰ ਦਾ ਕਾਨੂੰਨ ਵੱਖਰੇ ਬੰਦਿਆਂ ਵਾਸਤੇ ਵੱਖਰਾ ਬਣ ਜਾਂਦਾ। ਇੱਕ ਚਿੰਤਕ ਨੇ ਤਾਂ ਇਹ ਕਿਹਾ, ਜਿਹੜਾ ਸੰਸਾਰ ਦਾ ਕਾਨੂੰਨ ਹੈ ਉਹ ਇੱਕ ਮੱਕੜੀ ਦੇ ਜਾਲੇ ਦੀ ਨਿਆਈ ਹੁੰਦਾ, ਜਿਹਦੇ ਵਿੱਚ ਛੋਟੇ ਕੀੜੇ ਪਤੰਗੇ ਮਕੌੜੇ ਤਾਂ ਫਸ ਜਾਂਦੇ ਨੇ, ਪਰ ਵੱਡਾ ਕੁੱਤਾ ਬਿੱਲੀ ਜਾਨਵਰ ਉਹਨੂੰ ਤੋੜ ਕੇ ਲੰਘ ਜਾਂਦੇ ਨੇ। ਸੰਸਾਰ ਦਾ ਕਾਨੂੰਨ ਛੋਟੇ ਬੰਦਿਆਂ ਵਾਸਤੇ, ਜਨ ਸਧਾਰਨ ਵਾਸਤੇ ਕੁਝ ਹੋਰ ਹੁੰਦਾ, ਵੱਡਿਆਂ ਵਾਸਤੇ ਕਾਨੂੰਨ ਹੋਰ ਹੁੰਦਾ। ਪਰ ਪਰਮਾਤਮਾ ਦੇ ਦਰ ਦਾ ਕਾਨੂੰਨ ਤਾਂ ਸਾਧ ਸੰਗਤ ਜੀ ਰਾਜੇ ਵਾਸਤੇ, ਰੰਕ ਵਾਸਤੇ, ਬੰਦੇ ਵਾਸਤੇ, ਬੀਬੀ ਵਾਸਤੇ, ਸਾਰਿਆਂ ਵਾਸਤੇ ਇੱਕ ਹੈ। ਉੱਥੇ ਇਹ ਨਹੀਂ ਕਿ ਲੇਡੀਜ਼ ਫਸਟ ਨਾ,
क्योंकि उत्थे कोई लिंग ही नहीं हुंदा किसी का। वो तो आत्मा ने जाना, आत्मा का तो कोई लिंग नहीं हुंदा हैगा। लिंग तो शरीरां दे हुंदे ने, ये स्त्री लिंग है जी, ये पुलिंग है। उत्थे सारे वास्ते कानून एक है। महाराज जी कहते वो कहते हरी जड़ा है वो धर्म धर्म के अनुसार विचार करता है, वो मुताबिक ही जड़ा है वो एक्शन लेंदा। काड़ा अंदेशा क्यों कीजै जां ना ही अधर्म मारदा। हे बंदे तू चिंता फिक्र क्यों करदा है? काड़ा अंदेशा चिंता फिक्र, तू चिंता फिक्र क्यों करदा है जदों परमात्मा अधर्म के मुताबिक मारदा ही नहीं, वो भाव अन्याय करदा ही नहीं, वो तो हमेशा अन्याय करदा, वो तो हमेशा जड़ा है वह जस्टिफाई है, जस्ट करता, वो तो न्याय करता, इंसाफ करता। उत्थे बेइंसाफी है ही नहीं, तू क्यों काहदा अंदेशा करदा? जो तू बीजा वो तेनों वड्ढना पऊगा। हुण तेरी मर्जी है, चाहे मक्की बीज ला चाहे कणक बीज ला। हुण खेत वेले हो गए ना, कणकां वड्ढ लियां, ये हुण किसान की मर्जी है, चाहे वह जीरी बीजे, चाहे मक्की बीजे, चाहे बाजरा बीजे जां कपाह नरमा बीजे, हुण उहदी मर्जी है। पर जो एक बारी बीज बीजता पर उन्होंने वड्ढण तो उही पैना ना। जे हुण नरमा बीजता, कपाह बीजती, वो कहे जी इहनूं जीरी उग्या वे महाराज मैथों गलती हो गई। जो अरदासां करे, अखंड पाठ करवावे, महाराज मैथों गलती हो गई, मैं तां ये जिहड़ा है कपाह बीज बैठा इहनूं जीरी लग जे, ऐ नहीं लग्या करदी। लोड़ है दाख बजौरियां की कर बीजा जट। साडा आम करके संसारी मनुखों की फितरत की है, असीं है कहने बीजा बिख मंगा अमृत, वेखो ये न्याओ। ये इंसाफ है किते? कोई बीजदा जहर है, करदा घरदिआं नूं, आंडियां गुआंढियां नूं, समाज नूं परेशानियां दिंदा, कहना जी मैनूं सुख मिले। ये किवें मिलूगा सुख? बाप नूं कहना मैं रोटी ना देवां, पुत्त तो कहना मैनूं परौंठे देवे, ये दोड़ा चोपड़ चोपड़ देवे, ये किवें हो सकदा? ये नहीं हो सकता। जे अमृत बीजा तो अमृत प्राप्त होगा, जे जहर बीजे तो जहर प्राप्त होगी। महाराज जी कहते तू क्यों चिंता फिक्र करदा? वो बेइंसाफी नहीं करता, वो तो सच्चा साहिब सच न्याओ, पापी ना हारदा। वो तो परमात्मा सच्चा सदी भी रहने वाला है, वह न्याओ भी सच्चा है। सच्चा साहिब सच तपावस, सचड़ा न्याओ करेग मसोला। कई बार ना सानू तरस आ जाता है, आ लांगड़ा जी बेचारा मंगता, ये लत्तां नहीं हैगियां, ये बाहां नहीं हैगियां, ये अन्ना ये काना, सानू तरस आ जाता। पर साध संगत जी उन्हें की चंद चढ़ाए हुए ने वो तो सानू पता ही नहीं, उन्हें की चंद चढ़ाए ने सानू नहीं पता। ये कहते महापुरख रामपुर खेड़े वाले, उन्होंने कुर्सी लाई हुई है, 20-50 संगतां बैठियां ने, तो खूंडा वो रखते होंगे सी अपने कोले हमेशा। जो कोई गल करनी होंदी सी ना, वो कहे यार मेरा खूंडा लेके आ, खूंडा फकड़ के ना फिर वो गलबात करते होंगे सी किसी नाल। एक कहने कुत्ता आ गया, पाँव का खाधा होया, कीड़े पे हुए, बड़ा बुरा हाल, मतलब भुख नाल उहदियां पसलियां निकलियां हुई, कुखां विच चढ़ियां हुई। वो कुत्ता आ गया, वो पहला तो खड़ा ना ऐ देखदा, वो करदा। सेवका ने सोचा यार पता नहीं किहड़ी रूह होगी, उन्होंने तरस आ गया, तरस आ गया तो उन्होंने जान देता। वो कुत्ता ना महापुरखों को चले गया। वो महापुरखों वाल मूँह करके ना कुछ यत्न कर रहा, जिमें कुछ बोल रहा होंगे। महापुरखों ने 2 मिनट देखा, खड़े होए, खूंडा चक्या, मारिया उहदे लक ते लक बचाणों तोड़ के रखता, च्यां च्यां करता। ਜਿਹੜੇ सेवक बैठे सी वो कहते महापुरखो तुसी कीड़ी ना मारो, तुसी मच्छर ना मारो, तुहानू कट्टी भी जावे। ये बेचारे एक निर्जिंद अपना जिहड़ा है अणभोल मासूम जानवर ते तुसी एडा वड्डा यह कहर कमाया, ये क्या गल की है? कहने भाई ये ऐसे योग है, ये ऐसे योग है। कहने महाराज है कौन? कहने वजीदा है सरहंद वाला, वजीदा है आ फिरदा है, कहने कोड़ भुगतदा, ये टेडियां जूना भुगतदा। हुण दसो मैं इहनूं बख्श दिंदा? ये मुआफियां मंगण आया, गुरु के लाला नूं कंधां 'च चिण के ये हुण इत्थे माफियां मंगदा फिरदा। मैनूं याद है उदों बाबा जी ने इत्थे अरदासां करदे हुंदे सी, शुरू च मैं इत्थे चौर साहब कर रहा सी, एक जोड़ा आया, वो जोड़े का नाम तो मैं भुल गया, पर संधू संधू कहते होंगे सी उन्होंने।
ਉਹ ਛੋਟਾ ਜਿਹਾ ਸਰਦਾਰ ਦਾੜੀ ਜੀ ਬੰਨੀ ਹੋਈ, ਮਤਲਬ ਜਦੋਂ ਬੋਲਣਾ ਨਾ ਉਹਨੇ ਮਤਲਬ ਖਾਸਾ ਮੂੰਹ ਜਿਹਾ ਹਲਿਆ ਕੇ ਫਿਰ ਅਰਦਾਸ ਕਰਨੀ। ਉਹ ਨਾਲ ਉਹਦੀ ਮੈਡਮ ਤੇ ਨਾਲ ਇੱਕ ਮਤਲਬ 20-22 ਵਰਿਆਂ ਦੀ ਕੁੜੀ, ਉਹਨਾਂ ਦੀ ਕੁੜੀ ਅਬਨੋਰਮਲ। ਹੋਰ ਜੀ ਉਹਦੀ ਦਿੱਖ ਆਪਣੀ ਮਾਂ ਨੂੰ ਇਹ ਦੋਏ ਹੱਥਾਂ ਨਾਲ ਇੱਥੇ ਬੈਠੀ ਨੂੰ ਕਈ ਵਾਰੀਆਂ ਕੁੱਟਦੀ ਹੁੰਦੀ। ਬਾਬਾ ਜੀ ਦੇ ਉਹ ਸਾਹਮਣੇ ਆ ਕੇ ਅਰਦਾਸ ਕਰਨ ਲੱਗੇ। ਮੈਂ ਇੱਥੇ ਚੌਰ ਸਾਹਿਬ ਕਰਦੇ ਨਾ, ਮੇਰੇ ਮਨ 'ਚ ਪਤਾ ਨਹੀਂ ਕਿਉਂ ਆ ਗਿਆ, ਕਿਉਂਕਿ ਆਪਾਂ ਸੰਸਾਰਕ ਬੰਦੇ, ਆਪਾਂ ਕਿਹੜਾ ਬਰਮ ਕਹਿੰਦੀ ਆ ਵੀ ਮਨਾ ਧਨ, ਇਹ ਧੀ ਦਾ ਧਨ ਹੈ ਸੱਚੇ ਪਾਤਸ਼ਾਹ, ਇੱਥੇ ਕਿਰਪਾ ਕਰਦੇ ਕੁੜੀ ਤੇ ਵਿਚਾਰੀ ਤੇ। ਅੱਜ ਕੱਲ੍ਹ ਤਾਂ ਚੰਗੀਆਂ ਭਲੀਆਂ ਨੂੰ ਨਹੀਂ ਕੋਈ ਵਸਾਉਂਦਾ, ਇਹ ਤਾਂ ਫਿਰ ਹੈ ਨਾ। ਚਲੋ ਜਦੋਂ ਉਹਨਾਂ ਨੇ ਅਰਦਾਸ ਕਰਾਈ, ਬਾਬਾ ਜੀ ਕਹਿੰਦੇ ਇਹ ਨਹੀਂ ਠੀਕ ਹੋ ਸਕਦੀ। ਬਾਬਾ ਕਹਿੰਦੇ ਅੱਛਾ ਦੇਖੋ, ਹੁਣ ਆਪਾਂ ਨਾ ਆਪਣੇ ਬਾਬਾ ਜੀ ਨੂੰ ਇੱਕ ਆਮ ਬੰਦਾ ਸਮਝਦੇ ਹਾਂ। ਅੰਦਰ ਦੀਆਂ ਜਾਣਨ ਵਾਲੇ ਨਾ ਮੈਨੂੰ ਹੇਠਾਂ ਜਾ ਕੇ ਕਹਿੰਦੇ, ਪਤਾ ਨਹੀਂ ਇੱਥੇ ਹੁਣ ਭੁੱਲ ਗਿਆ, ਇਹ ਕਹਿੰਦੇ ਪਤਾ ਕੌਣ ਨੇ? ਮਹਾਰਾਜ। ਇਹ ਉਦੋਂ ਦੀਆਂ ਗੱਲਾਂ ਨੇ, ਉਹਦੇ ਮੇਰਾ ਖਿਆਲ ਚਾਚਾ ਮਨਜੀਤ ਸਿੰਘ ਜੀ ਤਾਂ ਚੜ੍ਹਾਈ ਕਰ ਗਏ ਸੀ, ਪਰ ਉਹਨਾਂ ਦੇ ਘਰੋਂ ਬੀਬੀ ਹੈਗੀ ਸੀ। ਮੈਨੂੰ ਕਹਿੰਦੇ ਇਹ ਉਹ ਜੋੜਾ ਹੈ, ਇਹ ਜਿਹੜੀ ਲੇਡੀ ਹੈ ਨਾ ਕੁੜੀ, ਇਹ ਕਹਿੰਦੇ ਇਹ ਬਾਬਾ ਈਸ਼ਰ ਸਿੰਘ ਦਾ ਜੱਤ ਤੋੜਨ ਵਾਸਤੇ ਭੋਰੇ 'ਚ ਵੜੀ ਸੀ। ਇਹ ਜਿਹੜੇ ਦੇ ਮਾਂ-ਬਾਪ ਨੇ ਇਹ ਛੜਜੰਤਰ ਰਚਣ ਵਾਲੇ ਸੀ। ਇਹਨਾਂ ਨੇ ਕਿਹਾ ਸੀ ਇਸ ਬੀਬੀ ਨੂੰ ਕਿ ਤੂੰ ਬਾਬਾ ਈਸ਼ਰ ਸਿੰਘ ਨੂੰ ਬਦਨਾਮ ਕਰ ਦੇ ਜਾਂ ਉਹਨਾਂ ਦਾ ਜੱਤ ਤੋੜ ਦੇ, ਤੈਨੂੰ ਮੂੰਹ ਮੰਗੇ ਪੈਸੇ ਦੇਵਾਂਗੇ। ਇਹ ਨਾ ਆਪਣੇ ਰੂਪ ਤੇ ਮਾਨ ਕਰਦੀ ਹੋਈ ਉਹਨਾਂ ਦੇ ਭੋਰੇ 'ਚ ਜਾ ਵੜੀ। ਪਰ ਸਾਧ ਸੰਗਤ ਜੀ ਇੱਥੇ ਇੰਨੀ ਭਗਤੀ ਹੋਵੇ, ਇੰਨਾ ਨਾਮ ਹੋਵੇ, ਕਹਿੰਦੇ ਉੱਥੋਂ ਚੀਕਾਂ ਮਾਰਦੀ ਪਾਗਲ ਹੋ ਕੇ ਨਿਕਲੀ ਸੀ। ਇਹ ਬਾਬਾ ਜੀ ਦੇ ਦੱਸਣ ਦੀ ਗੱਲ। ਫਿਰ ਮੈਂ ਜਾ ਕੇ ਨਾ ਇਸ ਗੱਲ ਦੀ ਤਸਦੀਕ ਕੀਤੀ। ਉਹ ਬੀਬੀ ਚਾਚਾ ਮਨਜੀਤ ਸਿੰਘ ਦੇ ਘਰੋਂ ਸਾਡੀ ਉਹ ਬੀਬੀ ਨੂੰ ਅਸੀਂ ਬੀਬੀ ਕਹਿੰਦੇ ਸੀ। ਮੈਂ ਬੀਬੀ ਨੂੰ ਪੁੱਛਿਆ, ਮੈਂ ਬੀਬੀ ਅੱਜ ਆਹ ਗੱਲ ਹੋਈ ਬਈ ਇਸ ਤਰ੍ਹਾਂ ਵੀ ਕੋਈ ਆ? ਕਹਿੰਦੇ ਹਾਂ ਭਾਈ ਐਦਾਂ ਹੋਇਆ। ਕਹਿੰਦੀ ਉਹ ਜਨਾਨੀ ਕਹਿੰਦੀ ਬੜੀ ਸੀ, ਇੱਕ ਕਹਿੰਦੀ ਉੱਚੀ ਲੰਬੀ ਜੀ ਸੀ ਜਨਾਨੀ ਉਹ, ਤੇ ਆਪਣਾ ਮਤਲਬ ਕਹਿੰਦੇ ਉਹ ਫਿਰ ਕਹਿੰਦੇ ਚੀਕਾਂ ਮਾਰਦੀ ਉਹ ਨਿਕਲੀ ਸੀ ਭੋਰੇ 'ਚੋਂ, ਮਹਾਂਪੁਰਖਾਂ ਤੱਕ ਤਾਂ ਪਹੁੰਚ ਹੀ ਨਹੀਂ ਸਕੀ। ਫਿਰ ਇਹੋ ਜਿਹੇ ਪਾਪੀਆਂ ਦਾ ਇਹ ਹਾਲ ਹੁੰਦਾ ਕਿਉਂਕਿ ਉਹਦਾ ਉਹ ਸੱਚਾ ਸਾਹਿਬ ਆ, ਉਹਦਾ ਇਨਸਾਫ ਵੀ ਸੱਚਾ ਹੈ। ਉਹਦੇ ਸੱਚੇ ਇਨਸਾਫ ਅੱਗੇ ਜਿਹੜਾ ਪਾਪੀ ਨਾਰਾ ਨਾ ਉਹ ਹਾਰ ਜਾਂਦਾ, ਉਹਦੀ ਜ਼ੋਰ ਹੀ ਨਹੀਂ ਚੱਲਦਾ, ਉਹਦਾ ਕੋਈ ਉਹਦੀ ਬੁੱਧੀ ਉਹਦੀ ਕੋਈ ਤਾਕਤ ਕੰਮ ਹੀ ਨਹੀਂ ਕਰਦੀ, ਜੀਵਨ ਦੀ ਬਾਜੀ ਹਾਰ ਜਾਂਦਾ ਉਹਦੇ ਨਿਆਂ ਦੇ ਅੱਗੇ। ਉਰੇ ਤਾਂ ਆਪਾਂ ਕਹਿੰਦੇ ਨਾ ਵੀ ਵਕੀਲ ਗੰਢ ਲਾਂਗੇ ਸਰਕਾਰੀ ਜੀ, ਜੱਜ ਨੂੰ ਪੈਸੇ ਦੇ ਦਾਂਗੇ, ਪਰ ਸਾਧ ਸੰਗਤ ਜੀ ਉੱਥੇ ਇਹੋ ਜਿਹਾ ਕੁਛ ਨਹੀਂ ਹੁੰਦਾ, ਉੱਥੇ ਇਹੋ ਜਿਹਾ ਕੁਛ ਨਹੀਂ ਹੁੰਦਾ। ਸਲਾਹਿਓ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਹੇ ਭਗਤ ਜਨੋ, ਸਾਨੂੰ ਸੰਬੋਧਨ ਕਰਦਿਆਂ ਹੋਇਆ ਸਤਿਗੁਰੂ ਸਾਨੂੰ ਭਗਤ ਕਹਿ ਰਹੇ ਨੇ। ਜਿਵੇਂ ਨਾ ਆਪਾਂ ਆਪਣੇ ਬੱਚੇ ਨੂੰ ਕਹਿਣਾ, ਚੱਲ ਮੇਰਾ ਸ਼ੇਰ ਪੁੱਤਾ ਕੰਮ ਕਰ, ਤੂੰ ਤਾਂ ਯਾਰ ਬੜਾ ਤਕੜਾ ਹੈ, ਤੂੰ ਤਾਂ ਬੜਾ ਸਿਆਣਾ ਹੈ, ਬੜਾ ਬੀਬਾ, ਆਪਾਂ ਕਹਿੰਦੇ ਨਾ। ਹੁਣ ਮਹਾਰਾਜ ਸਾਨੂੰ ਕਹਿ ਰਹੇ ਨੇ, ਹੇ ਮੇਰੇ ਭਗਤ ਪੁੱਤੋ, ਉਹਨੂੰ ਹਮੇਸ਼ਾ ਹੱਥ ਜੋ ਸਲਾਹਿਓ, ਇਹਨੂੰ ਸਲਾਹ ਨਹੀਂ ਪੜਦਾ, ਸਲਾਹਿਓ ਭਾਵ ਸਲਾਉਂਦੇ ਰਹੋ। ਉਹਨੂੰ ਹੱਥ ਜੋੜ ਕੇ ਭਾਵਨਾ ਸਹਿਤ, ਨਿਮਰਤਾ ਸਹਿਤ ਹਮੇਸ਼ਾ ਸਲਾਉਂਦੇ ਰਹੋ, ਕਿਉਂਕਿ ਹਰ ਭਗਤ ਜਨ ਤਾਰਦਾ। ਕਿਉਂਕਿ ਜਿਹੜਾ ਹਰੀ ਆ ਨਾ ਉਹ ਭਗਤ ਜਨਾਂ ਨੂੰ ਤਾਰ ਦਿੰਦਾ, ਪਾਰ ਲੰਘਾਉਂਦਾ, ਉਹ ਪਾਰ ਟਪਾਉਂਦਾ ਭਗਤਾਂ ਨੂੰ, ਭਗਤਾਂ ਦੀ ਪਿੱਠ ਨਹੀਂ ਲੱਗਣ ਦਿੰਦਾ ਉਹ। ਸਾਧ ਸੰਗਤ ਜੀ ਇੱਕ ਨਰਸੀ ਭਗਤ ਹੋਏ ਨੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ, ਪਰ ਉਹ ਖਾਸ ਕਰਕੇ ਸਾਡੇ ਮਾਲਵੇ 'ਚ ਆ ਬਾਂਗਰ ਦੇ ਇਲਾਕੇ 'ਚ ਬੜੇ ਮਸ਼ਹੂਰ। ਮੈਨੂੰ ਇਹ ਨਹੀਂ ਪਤਾ ਕਿਹੜੇ ਏਰੀਏ ਦੇ ਸੀ, ਪਰ ਇਹਨਾਂ ਏਰੀਆ ਦੇ ਵਿੱਚ ਉਹ ਛੋਟੇ ਹੁੰਦਿਆਂ ਸੀ ਉਹਨਾਂ ਦੀਆਂ ਕਥਾਵਾਂ ਬੜੀਆਂ ਸੁਣਦੇ ਹੁੰਦੇ ਸੀ। ਉਹਨਾਂ ਦੇ ਇੱਕੋ ਹੀ ਕੁੜੀ ਸੀ, ਕੁੜੀ ਵਿਆਹਤੀ, ਘਰੇ ਗਰੀਬੀ ਵੀ ਸੀ। ਚਲੋ ਉਹ ਭਗਤੀ ਲਾਗੇ ਕਰਨ, ਇੰਨੀ ਭਗਤੀ ਕਰਨ ਤਾਂ ਉਹ ਕੁੜੀ ਦੀ ਸੱਸ ਬੜੀ ਅਵੈੜੀ ਸੀ। ਉਹ ਕੁੜੀ ਨੂੰ ਮਿਹਣੇ ਮਾਰਿਆ ਕਰੇ, ਇਹ ਨੰਗ ਦੀ ਧੀ ਆ ਗਈ, ਇਹ ਬਾਪ ਸਾਧ ਬਣ ਗਿਆ, ਕਦੇ ਤੀਆਂ ਨਹੀਂ ਦੇ ਕੇ ਗਿਆ, ਕਦੇ ਸੰਧਾਰਾ ਨਹੀਂ ਦੇ ਕੇ ਗਿਆ, ਕਦੇ ਦੀਵਾਲੀ ਨਹੀਂ ਦੇ ਕੇ ਗਿਆ। ਆਮ ਕਰਕੇ ਇਹ ਬੀਬੀਆਂ ਦੀ ਆਦਤ ਹੁੰਦੀ ਆ ਮਿਹਣੇ ਤਾਨੇ ਮਾਰਨ ਦੀ। ਹੁਣ ਉਹ ਕੁੜੀ ਦੇ ਵੀ ਕੁੜੀ ਭਾਵ ਉਹ ਨਰਸੀ ਭਗਤ ਦੀ ਦੋਤਰੀ, ਉਹ ਜਵਾਨ ਹੋ ਗਈ, ਉਹਦਾ ਵਿਆਹ ਸੀ। ਉਹ ਹੁਣ ਉਹਦੇ ਪੈਰ ਹੀ ਨਹੀਂ ਲੱਗਣ ਤੇ ਉਹਨੇ ਨੂੰਹ ਦੇ ਆਪਣਾ ਉਹ ਬੀਬੀ ਨੇ, ਸੱਸ ਨੇ ਉਹਦੀ ਨੇ, ਉਹ ਕਿਹਾ ਕਰੇ ਇਹਦੀ ਨਾਨਕ ਸ਼ੱਕ ਕੌਣ ਭਰੂਗਾ, ਤੂੰ ਤੇਰਾ ਬਾਪ ਤਾਂ ਭੁੱਖਾ ਨੰਗਾ ਮੰਗ ਮੰਗ ਖਾਂਦਾ, ਫਲਾਣਾ ਕਰ। ਉਹਨੂੰ ਮਤਲਬ ਉਹ ਪਹਿਲਾਂ ਰਿਵਾਜ ਹੁੰਦਾ ਸੀ ਭੇਲੀ ਲੈ ਕੇ ਜਾਂਦੀਆਂ ਸੀ ਬੀਬੀਆਂ ਪੇਕਿਆਂ ਦੇ, ਉਹਨੂੰ ਉਹ ਭੇਲੀ ਵੀ ਨਾ ਲੈ ਕੇ ਜਾਣ ਦਿੱਤੀ, ਮਸੇ ਹੀ ਲੈ ਗਈ ਵਿਚਾਰੀ, ਉਹ ਹਾੜੇ ਹੂੜੇ ਕੱਢ ਕੇ ਗਈ। ਚਲੋ ਬਾਪ ਨੂੰ ਫੜਾਈ, ਬਾਪ ਕਹਿੰਦਾ ਮੈਂ ਆਊਂਗਾ। ਹੁਣ ਇਹ ਨਾ ਦੱਸੇ ਕਿ ਵੀ ਬਾਪੂ ਜੀ ਮੇਰੀ ਸੱਸ ਤੇਰੇ ਪ੍ਰਤੀ ਇੰਨੇ ਬੋਲ ਕਬੋਲ ਬੋਲਦੀ ਆ, ਜੇ ਕਰਦੀ ਹੈ। ਸਾਧ ਸੰਗਤ ਜੀ ਉਹ ਚਲੋ ਉਹ ਕਹਿੰਦਾ ਪੁੱਤ ਮੈਂ ਆਊਂਗਾ। ਆਇਆ ਜਦੋਂ ਉਹ ਦੇਖਿਆ ਵੀ ਸਾਧ ਹੈ, ਇਹ ਤਾਂ ਗਲਤੀ ਜੀ ਮਾਰੀ ਹੋਈ ਆ,
पै गई टुट के आ गया भुखा नंगा फलाना धिमका उरे लड्डू जलेबियां खाना पता नहीं की बोली कोई चाह नहीं कोई पानी नहीं कुछ नहीं वो बेचारा बाहर निकलिया बाहर निकल के जाके पिंड की झीड़ी सी उत्थे जाके अपना समाधि ला के बैठ गया उन्होंने तो वह मान अपमान तो उपर उठे होंगे ने कुदरती अवस्था उच्ची सी बंदे की साध संगत जी इन्ने शामां जियां पईयां शामां नूं एक बंदा मनीम के रूप च आया वो कहते भी मैं ना ये जड़ा साडे मालवे च शक कहते हैं कोई इधर कुछ होर कहते हैं वो भरनी भी नानक शक वो कहते भी मैं वो भरनी है भाई मैं वह मनीम हाँ सेठ नरसी का दसो की चाहिए हुण वो सस कहनी लै कहनी ऐ कर भी एक गड्ढा सुरमे का आवे कहना आ लो जी एक गड्ढा अनाज का आ जे कहना चक्को जी एक गड्ढा कपड़ियां का आ जे कहना चक्को जी इन्नी चांदी आ जे आ चक्को जी इन्ना सोने दियां टूमां आ जाण आ चक्को जी वो देखण है कहते भाई तू कौन कहना मैं तो मनीम हाँ नरसी का कहते तो भुखा नंगा कहते थोनू किने कहता भुखा नंगा वो आपदे कुड़मां च अपनी टौर नहीं जमाउणी चाहुंदा बोलो दसो की चाहिए होर दुध घ्यो मक्खण खंड चीनी आटा सीधा वो कहते ढेर लाते उन्हें उत्थे ਉਹਦੇ पैरों डिगे कहने साथों तो गलती हो गई तेरे सेठ नूं कहीं भी वो आवे किसी ने जाके दसता जय जयकार हो रही है वो जिवें पहला हाजत वास्ते लोग बाहर जाते होंदे सी शामां नूं जदों लोग हाजत गए बाहर वो कहें भी जय नरसी भगत दी जय जयकार वो सुने कहने भी आ की हो गया वो दस्या कहने नरसी तुसीं तां उरे बैठे हो ਜਿਹੜੇ कोई शरीके कबीले जानते सी कहने कोई बंदा आया तेरा मनीम कहने उनका ढेर लाते कहने वो तो मीह पैन लग गया वो बुढ़ी के घरे रखण नूं थां नहीं इन्ना समान बाहर भेज रहा साध संगत जी ये है परमात्मा अपने वो कहते ना जन का दुख ना खव सकै अपने फड़ जोनी जुत्ते वो अपने भगत की बेइज्जती अपने भगत का दुख झल नहीं सकता जिवें मां नूं ना अपने बच्चे नूं कोई होर कुट्टे नहीं झल सकती मां होर तां होर मुर्गियां कुत्तियां पशु पंछी भी अपने बच्चों वास्ते ना तकड़े तो तकड़े दुश्मन नाल मत्था लाउण वास्ते तक करड़े हो जाते हैं वो तो फिर परमात्मा तो सर्वशक्तिमान है इस करके महाराज साढ़े ते कृपा करन असी भी भगती करन लगीए वो भी अंदरों निष्काम भगती करिए प्रेमा भगती करिए सतगुरु साढ़े ते ये मेहर करन साध संगत जी समा हो गया समा किसी की लिहाज नहीं करता हैगा बेअंत किस्म दी भुलां चुकां गलतियां गुरु महाराज की पवित्र पावन बाणी की कथा वार्ता करदियां होईयां ने अगे तो असीस देनी है अज की मुआफ़ी बख्शिश करनी है वाहिगुरू जी का खालसा वाहिगुरू जी की फतेह।